ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 154 ਤੇ 154 ਅੰਗ ਵਿਚਾਲੇ ਜੇ ਕਰਕੇ ਹੈ ਨੰਬਰ 2 ਪਾਇਆ। ਉਸ ਤੋਂ ਪਹਿਲਾਂ ਸਹਿਜ ਸੁਭਾਏ ਮਿਲੇ ਸ਼ਾਬਾਸ਼। ਸ਼ਾਬਾਸ਼ ਤੱਕ ਆਪਾਂ ਕਰ ਲਿਆ ਸੀ। ਅੱਗੇ ਕਰਨਾ ਚਾਹੇ ਸਵਾਰੈ ਸਾਂਝ ਬਿਆਲ, ਇਤ ਉਤ ਮਨਮੁਖ ਬੰਦੇ ਕਾਲ। ਜਾਹੇ ਮੈਨੇ ਜਿਨ੍ਹਾਂ ਨੂੰ ਸਵਾਰੈ ਦਾ ਮਤਲਬ ਹੈ ਮੋਹ ਦੀ ਨੀਂਦ ਉਸਲਾ ਦੇਣਾ। ਸਾਂਝ ਮੈਨੇ ਸ਼ਾਮ, ਬਿਆਲ ਮੈਨੇ ਦਿਨ ਸਵੇਰੇ। ਜਿਨ੍ਹਾਂ ਨੂੰ ਪਰਮਾਤਮਾ ਸਵੇਰੇ ਸ਼ਾਮ ਭਾਵ ਹਰ ਵਕਤ ਮਾਇਆ ਦੀ ਨੀਂਦ ਵਿੱਚ ਸੁਲਾ ਦਿੰਦਾ ਹੈ। ਇਤ ਉਤ ਮਨਮੁਖ ਬੰਦੇ ਕਾਲ। ਇਤ ਉਤ ਇੱਥੇ ਉੱਥੇ ਭਾਵ ਸਭ ਥਾਂ ਤੋਂ ਇਹ ਜਿਹੜੇ ਮਨਮੁਖ ਹਨ ਇਹ ਮੌਤ ਦੇ ਬੱਝੇ ਰਹਿੰਦੇ ਨੇ। ਮੌਤ ਇਹਨਾਂ ਨੂੰ ਬੰਨ੍ਹ ਕੇ ਰੱਖਦੀ ਹੈ। ਕਿਸੇ ਵੇਲੇ ਵੀ ਜਮ ਕਾਲ ਦੇ ਅੜਿੱਕੇ ਆ ਸਕਦੇ ਹਨ। ਅਹਨਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ। ਅਹਨਸ ਹੁੰਦਾ ਦਿਨ ਰਾਤ। ਅਹਨਸ ਰਾਮ ਹਿਰਦੇ ਸੇ ਪੂਰੇ। ਦਿਨ ਰਾਤ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਹਿਰਦੇ 'ਚ ਵਸਦਾ ਨਾ, ਹਿਰਦੇ ਵਿੱਚ, ਮਨ ਵਿੱਚ, ਜਿਨ੍ਹਾਂ ਦੇ ਮਨ ਵਿੱਚ ਦਿਨ ਰਾਤ ਪਰਮਾਤਮਾ ਵਸਦਾ ਹੈ, ਸੇ ਪੂਰੇ, ਉਹ ਸਿਰ ਪੂਰਨ ਹਨ। ਨਾਨਕ ਰਾਮ ਮਿਲੇ ਭਰਮ ਦੂਰੇ। ਉਹਨਾਂ ਨੂੰ ਫਿਰ ਪਰਮਾਤਮਾ ਮਿਲਦਾ ਹੈ ਅਤੇ ਜਿਹੜੇ ਉਹਨਾਂ ਦੇ ਭਰਮ ਨੇ ਉਹ ਖਤਮ ਹੋ ਜਾਂਦੇ ਹਨ। ਉਹਨਾਂ ਜਿਹੜੀ ਭਟਕਣਾ ਹੈ ਮਨ 'ਚ ਉਹ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ। ਜਦੋਂ ਅਸੀਂ ਨਾਮ ਜਪੀ ਜਾਈਏ, ਜਪੀ ਜਾਈਏ, ਜਪੀ ਜਾਈਏ ਤਾਂ ਪਰਮਾਤਮਾ ਦੀ ਯਾਦ ਸਾਡੇ ਹਿਰਦੇ 'ਚ ਵਸ ਜਾਂਦੀ। ਜਦੋਂ ਪਰਮਾਤਮਾ ਦੀ ਯਾਦ ਹਰ ਵਕਤ ਹਿਰਦੇ 'ਚ ਵਸ ਜਾਏ ਉਦੋਂ ਫਿਰ ਜੰਮਣ ਮਰਨ ਬੰਦੇ ਦਾ ਖਤਮ ਹੋ ਜਾਂਦਾ ਹੈ। ਉਹਨੂੰ ਫਿਰ ਦੁਬਾਰਾ ਇਸ ਸੰਸਾਰ 'ਚ ਨਹੀਂ ਆਉਣਾ ਪੈਂਦਾ। ਉਹਨੂੰ ਪਰਮਾਤਮਾ ਮਿਲ ਪੈਂਦਾ। ਇਹ ਅਭਿਆਸ ਨਾਲ ਹੀ ਹੁੰਦਾ। ਉੱਠਦੇ ਬੈਠਦੇ ਤੁਰਦੇ ਫਿਰਦੇ ਵਾਹਿਗੁਰੂ 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 ਕਰਦੇ ਰਹਿਣਾ। ਉਹਦਾ ਇੱਕ ਤਾਂ ਇਹ ਫਾਇਦਾ ਹੈ, ਬਾਣੀ ਕਹਿੰਦੀ ਰਸਨਾ ਗੀਦੀ ਬੋਲਤ ਰਾਮ। ਰਸਨਾ ਮੈਨੇ ਜੀਭ, ਗੀਦੀ ਮੈਨੇ ਗਿੱਝ ਗਈ, ਆਦੀ ਹੋ ਗਈ, ਬੋਲਤ ਰਾਮ। ਜਿਹੜੀ ਜੀਭ ਰਾਮ ਰਾਮ ਬੋਲਣ ਗਿੱਝ ਗਈ ਨਾ, ਪੂਰਨ ਹੋਏ ਸਗਲੇ ਕੰਮ। ਉਸ ਬੰਦੇ ਸਾਰੇ ਕਾਰਜ ਵੈਸੇ ਹੀ ਪੂਰਨ ਹੋ ਜਾਣੇ ਨੇ। ਕੋਈ ਕੰਮ ਅਧੂਰਾ ਹੀ ਨਹੀਂ ਰਹਿੰਦਾ। ਕਿੰਨੇ ਦੁਨੀਆ ਦੇ ਕੰਮ ਅਧੂਰੇ ਪਏ ਨੇ। ਗੁਰਬਾਣੀ ਕਹਿੰਦੇ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਤੁਹਾਡੀ ਜਦੋਂ ਰਸਨਾ ਆਪਣੇ ਆਪ ਹੀ ਨਾਮ ਜਪਣ ਦੀ ਆਦੀ ਹੋ ਜਾਏ, ਕੋਈ ਵੀ ਆਪਾਂ ਕੰਮ ਕਰਦੇ ਰਹੀਏ ਫਿਰ ਆਪਾਂ ਨੂੰ ਉਸ ਦੀ ਆਦਤ ਪੈ ਜਾਂਦੀ। ਕਿਸੇ ਨੇ ਇੱਕ ਅੱਧਾ ਵਾਰ ਸ਼ਰਾਬ ਪੀਤੀ ਹੈ ਉਹ ਆਦੀ ਨਹੀਂ ਹੁੰਦਾ। ਅਗਰ ਉਹ ਰੋਜ਼ ਰੋਜ਼ ਸ਼ਰਾਬ ਪੀ ਲੈਂਦਾ ਫਿਰ ਸ਼ਰਾਬ ਦਾ ਆਦੀ ਹੈ ਤਾਂ ਛੱਡਣੀ ਹੁੰਦੀ ਉਸ ਤੋਂ। ਕੋਈ ਨਸ਼ਾ ਤੁਸੀਂ ਰੋਜ਼ ਰੋਜ਼ ਕਰਦੇ ਹੋ ਤੁਸੀਂ ਉਹਦੇ ਆਦੀ ਹੋ ਜਾਂਦੇ ਹੋ। ਇਸ ਤਰ੍ਹਾਂ ਜਦੋਂ ਜੀਵ ਰੋਜ਼ ਰੋਜ਼ ਵਾਹਿਗੁਰੂ 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 ਕਰਦੀ ਰਹਿੰਦੀ ਹੈ ਫਿਰ ਇਹ ਵਾਹਿਗੁਰੂ ਕਰਨਾ ਗਿੱਝ ਜਾਂਦੀ ਹੈ। ਇਹ ਆਦੀ ਹੋ ਜਾਂਦੀ ਹੈ, ਇਹਨੂੰ ਆਦਤ ਪੈ ਜਾਂਦੀ ਹੈ। ਜਦੋਂ ਰਸਨਾ ਨੂੰ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਨ ਦੀ ਆਦਤ ਪੈ ਜਾਏ ਨਾ ਕਿ ਤੁਹਾਡੇ ਸਾਰੇ ਕਾਰਜ ਵੈਸੇ ਹੀ ਸਫਲ ਹੋ ਜਾਣਗੇ। ਕੋਈ ਕਾਰਜ ਅੜਦੇ ਹੀ ਨਹੀਂ ਹੈਗਾ। ਇਹ ਮਨੁੱਖ ਨਾਮ ਨਹੀਂ ਜਪਦਾ, ਧੱਕੇ ਧੋੜੇ ਜਿਹੇ ਖਾਈ ਜਾਂਦਾ। ਗੁਰਬਾਣੀ ਬਿਲਕੁਲ ਸਾਫ਼ ਸ਼ਬਦਾਂ 'ਚ ਕਹਿੰਦੀ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤ। ਇਹ ਪਰਮਾਤਮਾ ਜਿਹੜੇ ਵੀ ਤੇਰੀ ਭਜਨ ਬੰਦਗੀ ਕਰਦੇ ਹਨ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਤੇ ਕਾਰਜ ਹੀ ਸਵਾਰਨੇ ਨੇ। ਨਾ ਮੈਂ ਦੇਖਿਆ ਬੰਦੇ ਬਸ
ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨਾ, ਭਟਕੀ ਜਾਣਾ, ਕਾਰਜ ਸਵਾਰ ਲਈ ਸਿਫਾਰਿਸ਼ਾਂ ਲਾਉਂਦੇ ਫਿਰਨਾ, ਕਦੇ ਕਿਸੇ ਨੂੰ ਪੈਸੇ ਦੇ, ਕਿਸੇ ਨੂੰ ਕੁਛ ਕਰ। ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਐਨਸ ਰਾਮ ਹਿਰਦੈ ਸੇ ਪੂਰੇ, ਜਿਹੜੇ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਦੇ ਨੇ, ਉਹ ਪੂਰਨ ਮਨੁੱਖ ਨੇ। ਨਾਨਕ ਰਾਮ ਮਿਲੇ ਭਰਮ ਦੂਰੇ, ਹੁਣ ਸਾਰੇ ਭਰਮ ਖਤਮ ਹੋ ਜਾਂਦੇ ਨੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਡਾ ਕੰਮ ਹੈ ਵਾਹਿਗੁਰੂ 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 ਕਰਦੇ ਰਹਿਣਾ। ਗੌੜੀ ਮਹਿਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਵਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਨ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਮਾਇਆ ਦੇ 3 ਗੁਣ ਗਿਣੇ ਗਏ, 3 ਗੁਣ 3 ਗੁਣ, ਰਜੋ ਸਤੋ ਤਮੋ। 99.99% ਲੋਕ ਇਸ ਮਾਇਆ ਦੇ 3 ਗੁਣਾਂ 'ਚ ਵਿਚਰ ਰਹੇ ਹਨ। ਇੱਦੋਂ ਇੱਕ ਉੱਪਰਲੀ ਅਵਸਥਾ ਹੁੰਦੀ ਹੈ, ਉਹਨੂੰ ਕਹਿੰਦੇ ਤੁਰੀਆ ਅਵਸਥਾ। ਉਹ ਹੁੰਦੀ ਹੈ ਬ੍ਰਹਮ ਗਿਆਨ ਦੀ ਅਵਸਥਾ, ਜਿਹਨੂੰ ਚੌਥਾ ਪਦ ਵੀ ਕਿਹਾ। ਹਿੰਦੀ ਵਾਲੇ ਜਿਸ ਨੂੰ ਉਨਮਣੀ ਅਵਸਥਾ ਵੀ ਕਹਿੰਦੇ ਨੇ। ਉਹ ਕਦੋਂ ਹੁੰਦੀ ਹੈ? ਜਦੋਂ ਬੰਦਾ ਇਹਨਾਂ ਮਾਇਆ ਦੇ ਨਾਮ ਜਪਦਾ ਜਪਦਾ ਮਾਇਆ ਦੇ 3 ਗੁਣਾਂ ਤੋਂ ਟੱਪ ਜਾਂਦਾ। ਹਿਤਕਾਰ ਹੁੰਦਾ ਪਿਆਰ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਜਿਹੜਾ ਮਾਇਆ ਦੇ 3 ਗੁਣਾਂ ਵਾਲੀ ਮਾਇਆ ਨੂੰ ਜਿਹੜਾ ਪਿਆਰ ਕਰਦਾ ਨਾ, ਉਹ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਉਹਦਾ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ। ਚਾਰੇ ਵੇਦ ਕਥੈ ਆਕਾਰ, ਚਾਰੇ ਵੇਦ ਵੀ ਨਿਰੰਕਾਰ ਦੀ ਗੱਲ ਨਹੀਂ ਕਰਦੇ, ਆਕਾਰ ਜਿਹੜਾ ਹੈ ਇਸ ਸੰਸਾਰ ਦੀ ਗੱਲ ਕਰਦੇ। ਪਰਮਾਤਮਾ ਦਾ ਆਕਾਰ ਹੀ ਕੋਈ ਨਹੀਂ, ਇਸ ਲਈ ਇਸ ਨੂੰ ਨਿਰੰਕਾਰ ਕਹਿੰਦੇ ਨੇ। ਉਹ ਆਕਾਰ ਹੈ, ਉਹਦੀ ਗੱਲ ਕਰਦੇ ਨੇ, ਨਿਰੰਕਾਰ ਦੀ ਗੱਲ ਨਹੀਂ ਕਰਦੇ। ਤੀਨ ਅਵਸਥਾ ਕਹੈ ਵਖਿਆਨ, ਵੀ ਮਾਇਆ ਦੀਆਂ 3 ਅਵਸਥਾਵਾਂ ਨੇ, ਰਜੋ ਸਤੋ ਤਮੋ, ਉਹ ਤਾਂ ਉਹਨਾਂ ਦੇ ਵਰਣਨ ਕਰਦੇ ਨੇ। ਕਹੈ ਵਖਿਆਨ, ਉਹਨਾਂ ਬਾਰੇ ਲੈਕਚਰ ਕਰਦੇ ਨੇ, ਉਹਨਾਂ ਬਾਰੇ ਕਹਿੰਦੇ। ਤੁਰੀਆ ਅਵਸਥਾ, ਇਹਨੂੰ ਤੁਰੀਆ ਅਵਸਥਾ, ਪੂਰਾ ਸ਼ਬਦ ਹੈ ਤੁਰੀਆ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰਿ ਜਾਨ। ਤੁਰੀਆ ਅਵਸਥਾ ਜਿਹੜੀ ਤੇ ਮਾਇਆ ਦੇ 3 ਗੁਣਾਂ ਤੋਂ ਉੱਪਰਲੀ ਅਵਸਥਾ ਹੈ, ਉੱਤੇ ਸਤਿਗੁਰੂ ਰਾਹੀਂ ਪ੍ਰਾਪਤ ਹੁੰਦੀ ਹੈ। ਗੁਰੂ ਧਾਰਨ ਕਰਾਂਗੇ, ਗੁਰੂ ਦੇ ਦਿੱਤੇ ਗੁਰਮੰਤਰ ਦਾ ਜਾਪ ਕਰਾਂਗੇ, ਗੁਰੂ ਦੇ ਦੱਸੇ ਨਿਯਮਾਂ ਅਨੁਸਾਰ ਆਪਣਾ ਜੀਵਨ ਜੀਵਾਂਗੇ, ਫਿਰ ਜਾ ਕੇ ਉਹ ਅਵਸਥਾ ਪੈਦਾ ਹੁੰਦੀ ਹੈ, ਉੱਥੇ ਜਾ ਕੇ ਪਰਮਾਤਮਾ ਦੀ ਜਾਣਕਾਰੀ ਹੁੰਦੀ ਹੈ। ਸਤਿਗੁਰੂ ਰਾਹੀਂ ਇਸ ਤੁਰੀਆ ਅਵਸਥਾ ਦਾ ਗਿਆਨ ਹੁੰਦਾ ਹੈ, ਫਿਰ ਬੰਦਾ ਪਰਮਾਤਮਾ ਨੂੰ ਹਰ ਜਾਣ, ਪਰਮਾਤਮਾ ਨੂੰ ਜਾਣ ਲੈਂਦਾ। ਰਾਮ ਭਗਤ ਗੁਰ ਸੇਵਾ ਧਰਨਾ, ਬਹੁੜ ਜਨਮ ਨ ਹੋਏ ਹੈ ਮਰਨ। ਪਰ ਰਾਮ ਪਾ ਪਰਮਾਤਮਾ, ਪਰਮਾਤਮਾ ਦੀ ਭਗਤੀ ਕਰਕੇ ਤੇ ਗੁਰੂ ਦੀ ਸੇਵਾ ਕਰਕੇ ਮਨੁੱਖ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਸੰਸਾਰ ਨੂੰ ਸਮੁੰਦਰ ਵੀ ਕਿਹਾ ਗਿਆ ਹੈ। ਜਿਵੇਂ ਸਮੁੰਦਰ ਨੂੰ ਤਰਨਾ ਔਖਾ ਹੈ, ਆਪਾਂ ਕਿਸ਼ਤੀ ਵਿੱਚ ਬੈਠ ਕੇ, ਜਹਾਜ਼ ਬੈਠ ਕੇ ਤਾਂ ਸਮੁੰਦਰ ਨੂੰ ਤਰ ਸਕਦੇ ਹਾਂ। ਜੇ ਕੋਈ ਜਿਵੇਂ ਆਪਾਂ ਉਂਝ ਨਹਿਰਾਂ 'ਚ ਛੱਪੜਾਂ ਤਰਦੇ ਹਾਂ, ਜੇ ਕੋਈ ਇਸ ਤਰ੍ਹਾਂ ਤਰ ਕੇ ਸਮੁੰਦਰ ਪਾਰ ਕਰਨਾ ਚਾਹੇ, ਉਹ ਸੋ ਨਹੀਂ ਹੁੰਦਾ। ਇਸ ਤਰ੍ਹਾਂ ਸੰਸਾਰ ਨੂੰ ਵੀ ਸਮੁੰਦਰ ਕਿਹਾ। ਸਮੁੰਦਰ ਦੇ ਵਿੱਚ ਤੇ ਪਾਣੀ ਹੁੰਦਾ। ਇਸ ਸੰਸਾਰ 'ਚ ਕੀ ਹੈ? ਇਹਦੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਕਿੰਨੇ ਪ੍ਰਕਾਰ ਦੀਆਂ ਬੁਰਾਈਆਂ ਇਸ ਸੰਸਾਰ ਵਿੱਚ ਹਨ।
ਉਹਨਾਂ ਸਾਰੀਆਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ ਜਿਹੜਾ, ਇਹਨੂੰ ਕਹਿੰਦੇ ਭਵ ਸਾਗਰ ਤਰਨਾ, ਇਹਨੂੰ ਕਹਿੰਦੇ ਸੰਸਾਰ ਸਮੁੰਦਰ ਤਰਨਾ। ਜਿਵੇਂ ਪਾਣੀ ਵਾਲਾ ਸਮੁੰਦਰ ਤਰਨਾ ਔਖਾ ਹੈ, ਇਸ ਲਈ ਸੰਸਾਰ ਸਮੁੰਦਰ ਤਰਨਾ ਵੀ ਔਖਾ ਹੈ, ਕਿਉਂਕਿ ਇਹਦੇ ਵਿੱਚ ਬੁਰਾਈਆਂ ਨੇ, ਅਤੇ ਬੁਰਾਈਆਂ ਤੋਂ ਬਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਇਹ ਵੱਡੇ ਵੱਡੇ ਸਾਧਾਂ ਨੂੰ ਜੇਲ੍ਹ ਹੋਈ ਹੋਈ ਹੈ, ਕਿਉਂ? ਇਹ ਜਿਹੜੀ ਬੁਰਾਈਆਂ ਸਨ ਉਹਨਾਂ ਤੋਂ ਬਚ ਨਹੀਂ ਸਕੇ। ਸਾਰੀਆਂ ਬੁਰਾਈਆਂ ਤੋਂ ਬਚ ਕੇ ਜਿਹੜਾ ਜੀਵਨ ਜਿਉਣਾ ਹੈ, ਇਹਨੂੰ ਕਹਿੰਦੇ ਸੰਸਾਰ ਸਮੁੰਦਰ ਨੂੰ ਤਰਨਾ। ਰਾਮ ਭਗਤ ਗੁਰ ਸੇਵਾ ਤਰਨਾ। ਪਰਮਾਤਮਾ ਦੀ ਭਗਤੀ ਕਰਕੇ ਅਤੇ ਗੁਰੂ ਦੀ ਸੇਵਾ ਕਰਕੇ ਹੀ ਅਸੀਂ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ। ਫਿਰ ਕੀ ਹੋਏਗਾ? ਬਹੁੜ ਜਨਮ ਨਾ ਹੋਏ ਹੈ ਮਰਨ। ਬਹੁੜ ਹੁੰਦਾ ਦੁਬਾਰਾ, ਫਿਰ ਦੁਬਾਰਾ ਨਾ ਸਾਡਾ ਜਨਮ ਹੋਏਗਾ, ਮਰਨਾ ਨਾ ਸਾਡੀ ਮੌਤ ਹੋਏਗੀ। ਭਾਵ ਸਾਡਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਏਗਾ। ਜਦੋਂ ਜੰਮਣ ਮਰਨ ਦਾ ਚੱਕਰ ਖਤਮ ਹੁੰਦਾ, ਫਿਰ ਕੀ ਬਣਦਾ ਸਾਡਾ? ਫਿਰ ਸਾਡੀ ਜਿਹੜੀ ਆਤਮਾ ਹੈ ਸੱਚਖੰਡ ਵਿੱਚ ਚਲੀ ਜਾਂਦੀ ਹੈ। ਬਸ ਜਦੋਂ ਆਤਮਾ ਸੱਚਖੰਡ ਚਲੀ ਜਾਂਦੀ ਹੈ, ਫਿਰ ਬਸ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ। ਉੱਥੇ ਹਮੇਸ਼ਾ ਪਰਮਾਤਮਾ ਦੀ ਹਜ਼ੂਰੀ 'ਚ ਰਹਿੰਦੀ ਹੈ। ਰਹਾਓ। ਚਾਰ ਪਦਾਰਥ ਕਹੈ ਸਭ ਕੋਈ, ਸਿਮਰਤ ਸਾਸਤ ਪੰਡਿਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਚਾਰ ਪਦਾਰਥ ਕਹੈ ਸਭ ਕੋਈ। ਹਰ ਕੋਈ ਕਹਿੰਦੇ ਜੀ ਚਾਰ ਪਦਾਰਥ ਨੇ, ਧਰਮ, ਅਰਥ, ਕਾਮ, ਮੋਖ। ਇਹ ਚਾਰ ਪਦਾਰਥ ਨੇ। ਗੁਰਬਾਣੀ ਦੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗੇ। ਵੀ ਜੇ ਕਿਸੇ ਨੂੰ ਚਾਰੇ ਪਦਾਰਥ ਚਾਹੀਦੇ, ਧਰਮ ਹੁੰਦਾ ਸ਼ੁਭ ਗੁਣ, ਅਰਥ ਹੁੰਦਾ ਧਨ ਦੌਲਤ, ਕਾਮ ਹੁੰਦਾ ਇੱਛਾ ਪੂਰਤੀ, ਅਤੇ ਮੋਖ ਹੁੰਦਾ ਮੁਕਤੀ। ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਕੋਲ ਸ਼ੁਭ ਗੁਣ ਹੋਣ, ਤੁਹਾਡੇ ਕੋਲ ਧਨ ਦੌਲਤ ਹੋਵੇ, ਤੁਹਾਡੀ ਇੱਛਾ ਪੂਰੀ ਹੋਵੇ ਅਤੇ ਤੁਹਾਨੂੰ ਮਰਨ ਤੋਂ ਬਾਅਦ ਮੁਕਤੀ ਮਿਲੇ, ਤਾਂ ਫਿਰ ਕਹਿੰਦੇ ਗੁਰੂ ਦੀ ਸੇਵਾ ਕਰਿਆ ਕਰੋ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗੇ। ਸਾਧੂਆਂ ਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ, ਤਾਂ ਮਿਲੂਗਾ। ਸਾਰੇ ਕਹਿੰਦੇ ਨੇ ਵੀ ਚਾਰ ਪਦਾਰਥ ਹੁੰਦੇ ਨੇ ਜੀ। ਸਿਮਰਤ ਸਾਸਤ ਪੰਡਿਤ ਮੁਖ ਸੋਈ। ਸਿਮਰਤੀਆਂ ਵੀ ਹਿੰਦੂ ਧਰਮ ਦੀਆਂ 27 ਸਿਮਰਤੀਆਂ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ, 4 ਵੇਦ ਨੇ। ਇਹ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਧਾਰਮਿਕ ਪੁਸਤਕਾਂ ਨੇ। ਇਹ ਸਾਰੇ ਭਾਰਤੀਆਂ ਲਈ ਨੇ। ਆਪਾਂ ਕੋਈ ਬਾਹਰੋਂ ਨਹੀਂ ਆਏ ਹੋਏ। ਸਿੱਖ ਵੀ ਆਪਾਂ ਬਾਹਰੋਂ ਤਾਂ ਨਹੀਂ ਆਏ। ਆਪਾਂ ਹਿੰਦੂ ਹੀ ਹੌਲੀ ਹੌਲੀ ਗੁਰੂ ਨਾਨਕ ਦੇਵ ਦੇ ਚੇਲੇ ਬਣਦੇ ਗਏ ਉਹਨੂੰ ਸਿੱਖ ਕਹਿਣ ਲੱਗ ਪਏ। ਹਿੰਦੂ ਹੀ ਸਨ ਗੁਰੂ ਨਾਨਕ ਦੇਵ, ਹੈ ਨਾ, ਹਿੰਦੂ ਹੀ ਸਨ ਗੁਰੂ ਨਾਨਕ ਦੇਵ ਜੀ। ਇੱਥੋਂ ਤੱਕ ਕਿ ਗੋਬਿੰਦ ਰਾਏ 10ਵੇਂ ਪਾਤਸ਼ਾਹ ਵੀ ਹਿੰਦੂ ਹੀ ਸਨ। ਜੇ ਦੇਖੀਏ ਨਾਮ ਤਾਂ ਸਾਰੇ ਦੇ ਹੀ ਨੇ। ਉਹ ਤਾਂ 1699 ਈਸਵੀ ਜਾ ਕੇ ਉਹਨਾਂ ਨੇ ਆਪਣੇ ਨਾਮ ਨਾਲ ਸਿੰਘ ਲਾਇਆ। ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਸਾਡਾ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਹੈ, ਉਹਦਾ ਨਾਮ ਹੈ ਹਰਿਮੰਦਰ। ਸੋ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਅਸੀਂ ਹਿੰਦੂਆਂ ਦੇ ਵਿੱਚੋਂ ਹੀ ਸਿੱਖ ਬਣੇ ਹੋਏ ਹਾਂ, ਜਾਂ ਹਿੰਦੂ ਹੀ ਸਿੱਖ ਬਣੇ ਹੋਏ ਹਨ। ਸੋ ਸਾਡਾ ਜਿਹੜਾ ਪਿਛੋਕੜ ਹੈ, ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ 27 ਸਿਮਰਤੀਆਂ, 18 ਪੁਰਾਣ, 6 ਸ਼ਾਸਤਰ, 4 ਵੇਦ ਸਾਡੇ ਆਪਣੇ ਹੀ ਨੇ ਸਭ ਦੇ, ਕਿਉਂਕਿ ਹਿੰਦੁਸਤਾਨ ਦੇ ਨੇ ਅਤੇ ਅਸੀਂ ਹਿੰਦੁਸਤਾਨ ਦੇ ਹੀ ਹਾਂ। ਉਦੋਂ ਬਾਅਦ ਹੈ ਫਿਰ ਠੀਕ ਹੈ ਜੀ, ਕੁਰਾਨ ਹੈ ਜੀ, ਇਹ ਮੁਸਲਮਾਨਾਂ ਦਾ ਜੀ, ਬਾਈਬਲ ਹੈ ਇਹ ਈਸਾਈਆਂ ਦੀ ਹੈ ਜੀ, ਗੁਰੂ ਗ੍ਰੰਥ ਸਾਹਿਬ ਇਹ ਸਿੱਖਾਂ ਦਾ ਜੀ।
ਸੋ ਜਿੰਨੀਆਂ ਪੁਰਾਤਨ ਧਾਰਮ ਪੁਸਤਕ ਨੇ ਸਾਰੇ ਉਹ ਹਿੰਦੁਸਤਾਨੀਆਂ ਦੀਆਂ ਨੇ। ਇਸ ਲਈ ਜਿਹੜੇ ਮੁਖੀ ਪੰਡਤ ਨੇ, ਪੰਡਤ ਮੁਖ ਸੋਈ, ਜਿਹੜੇ ਵੱਡੇ ਵੱਡੇ ਪੰਡਤ ਹੋਏ, ਸਿਮਰਤੀਆਂ ਹੋਈਆਂ, ਸ਼ਾਸਤਰ ਹੋਏ, ਉਹ ਵੀ 4 ਪਦਾਰਥਾਂ ਦੀ ਗੱਲਾਂ ਕਰਦੇ ਨੇ, ਪਰ ਬਿਨ ਗੁਰ ਅਰਥ ਵਿਚਾਰ ਨਾ ਪਾਇਆ। ਪਰ ਗੁਰੂ ਤੋਂ ਬਿਨਾਂ ਇਹਨਾਂ ਦੀ ਅਰਥ ਨਹੀਂ ਸਮਝ ਆਉਂਦੇ, ਭਾਵ ਨਹੀਂ ਸਮਝਦੇ ਕੀ ਭਾਵ ਹੈ ਇਹਨੂੰ, ਅਤੇ ਕਿਵੇਂ ਪ੍ਰਾਪਤ ਹੋਣਗੇ। ਗੁਰੂ ਤੋਂ ਬਿਨਾਂ ਇਹਨਾਂ ਦੀ ਗੱਲਾਂ ਦੀ ਸਮਝ ਨਹੀਂ ਆਉਂਦੀ। ਮੁਕਤ ਪਦਾਰਥ, ਇਹ 4 ਪਦਾਰਥ, ਅਖੀਰਲਾ ਪਦਾਰਥ ਹੈ ਮੋਖ, ਮੁਕਤੀ। ਮੁਕਤ ਪਦਾਰਥ ਭਗਤ ਹਰ ਪਾਇਆ। ਜਿਹੜੀ ਮੁਕਤੀ ਹੈ ਇਹ ਤਾਂ ਪਰਮਾਤਮਾ ਦੀ ਭਗਤੀ ਕਰਕੇ ਮਿਲਦੀ ਹੈ। ਪਰਮਾਤਮਾ ਦੀ ਭਗਤੀ ਕਰਕੇ ਮੁਕਤੀ ਮਿਲਦੀ ਹੈ। ਸੋ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਤਾਂ ਜੋ ਦੁਬਾਰਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਵੇ। ਕਿਉਂਕਿ ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਅਤੇ ਸੁੱਖ ਹਰ ਮਨੁੱਖ ਦੀ ਜ਼ਿੰਦਗੀ 'ਚ ਆਉਣੇ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹਰ ਇੱਕ ਇਨਸਾਨ ਨੂੰ ਪਰਮਾਤਮਾ ਦੇ ਦਰ ਤੋਂ ਦੁੱਖ ਵੀ ਮਿਲੇ ਨੇ, ਸੁੱਖ ਵੀ ਮਿਲੇ। ਸੰਸਾਰ 'ਚ ਕੋਈ ਐਸਾ ਵਿਅਕਤੀ ਨਹੀਂ ਜਿਹਦੀ ਜ਼ਿੰਦਗੀ 'ਤੇ ਦੁੱਖ ਨਾ ਆਇਆ ਹੋਵੇ। ਹਰ ਇੱਕ ਇਨਸਾਨ ਨੂੰ ਪਰਮਾਤਮਾ ਦੇ ਦਰ ਤੋਂ 2 ਹੀ ਪੁਸ਼ਾਕਾਂ ਮਿਲੀਆਂ ਹੋਈਆਂ, ਇੱਕ ਸੁੱਖ ਦੀ, ਇੱਕ ਦੁੱਖ ਦੀ। ਇਸ ਲਈ ਕਦੇ ਸਾਡੀ ਜ਼ਿੰਦਗੀ ਸੁੱਖ, ਕਦੇ ਸਾਡੀ ਜ਼ਿੰਦਗੀ ਦੁੱਖ। ਕਈ ਵਾਰੀ ਭਜਨ ਬੰਦਗੀ ਕਰਨ ਵਾਲੇ ਨੂੰ ਕੋਈ ਦੁੱਖ ਆ ਜਾਏ, ਉਹ ਬਿਮਾਰ ਹੋ ਜਾਏ, ਕੋਈ ਹੋਰ ਆ ਜਾਏ, ਲੋਕ ਕਹਿੰਦੇ ਤੁਸੀਂ ਤਾਂ ਜੀ ਇੰਨੀ ਭਜਨ ਬੰਦਗੀ ਕਰਦੇ ਸੀ, ਤੁਹਾਡੇ 'ਤੇ ਕੋਈ ਦੁੱਖ ਹੈ? ਉਹਨਾਂ ਗਿਆਨ ਨਹੀਂ ਕਿ ਦੁੱਖ ਅਤੇ ਸੁੱਖ ਤੇ ਹਰ ਬੰਦੇ ਦੀ ਜ਼ਿੰਦਗੀ ਲਿਖੇ ਹੋਏ ਨੇ। ਜੋ ਲਿਖੇ ਹੋਏ ਨੇ ਉਹਨਾਂ 'ਤੇ ਫਿਰ ਆਉਣਾ ਹੀ ਆਉਣਾ। ਜੋ ਕਿਸ ਦੇ ਭਾਗਾਂ 'ਚ ਲਿਖਿਆ ਹੋਇਆ ਉਹ ਤਾਂ ਉਹਨੂੰ ਮਿਲਣਾ ਹੀ ਮਿਲਣਾ। ਦੁੱਖ ਲਿਖਿਆ ਦੁੱਖ ਮਿਲਣਗੇ, ਸੁੱਖ ਲਿਖਿਆ ਸੁੱਖ ਮਿਲਣਗੇ, ਔਰ ਇਹ ਦੋਨੋਂ ਹੀ ਚੀਜ਼ਾਂ ਮਿਲਦੀਆਂ। ਹਾਂ, ਇਹਨੇ ਕਿਹਦੇ ਭਾਗਾਂ ਦੁੱਖ ਜ਼ਿਆਦਾ ਲਿਖੇ ਹੁੰਦੇ ਨੇ, ਸੁੱਖ ਘੱਟ ਹੁੰਦੇ ਨੇ। ਕਈਆਂ ਦੇ ਭਾਗਾਂ ਸੁੱਖ ਜ਼ਿਆਦਾ ਲਿਖੇ ਹੁੰਦੇ, ਦੁੱਖ ਘੱਟ ਹੁੰਦੇ। ਪੰਚਮ ਪਾਤਸ਼ਾਹ ਤੋਂ ਵੱਧ ਅਸੀਂ ਭਜਨ ਬੰਦਗੀ ਨਹੀਂ ਕਰ ਸਕਦੇ, ਪਰ ਉਹਨਾਂ ਦੀ ਜ਼ਿੰਦਗੀ ਅਖੀਰ 'ਚ ਦੇਖੋ ਕਿੱਡਾ ਵੱਡਾ ਦੁੱਖ ਹੈ। ਉਹਨਾਂ ਤਤੀਆਂ ਤਵੀਆਂ 'ਤੇ ਬਿਠਾ ਕੇ ਤੱਤਾ ਰੇਤਾ ਸਿਰ 'ਚ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਲਈ ਦੁੱਖ ਤੇ ਆਉਣੇ ਹੀ ਆਉਣੇ ਹਨ। ਸਿਰਫ ਇੰਨੇ ਕਿ ਜਿਉਂ-ਜਿਉਂ ਅਸੀਂ ਭਜਨ ਬੰਦਗੀ ਕਰਦੇ ਜਾਵਾਂਗੇ ਸਾਡੇ ਅੰਦਰ ਦੁੱਖ ਨੂੰ ਸਹਿਣ ਦੀ ਸ਼ਕਤੀ ਵੱਧਦੀ ਜਾਂਦੀ, ਸਾਡੀ ਸਹਿਣ ਸ਼ਕਤੀ ਵੱਧਦੀ ਜਾਂਦੀ। ਹੁਣ ਸਾਡੀ ਸਹਿਣ ਸ਼ਕਤੀ ਘੱਟ ਹੈ, ਥੋੜ੍ਹਾ ਦੁੱਖ ਆਉਂਦਾ ਅਸੀਂ ਬੜੇ ਦੁਖੀ ਹੋ ਜਾਂਦੇ, ਮਰਨ ਲਈ ਤਿਆਰ। ਇੱਧਰ ਤਾਂ ਮਰ ਜਾਣੇ ਠੀਕ ਹੈ ਯਾਰ, ਕੀ ਫਾਇਦਾ ਦੁੱਖ ਭੋਗੀ ਜਾਣ। ਬੰਦੇ ਇੱਥੋਂ ਤਾਂ ਕਹਿਣ ਲੱਗ ਜਾਂਦਾ, ਕਿਉਂਕਿ ਸਾਡੀ ਸਹਿਣ ਸ਼ਕਤੀ ਅਜੇ ਘੱਟ ਹੈ। ਉਹਨਾਂ ਨੇ ਬਹੁਤ ਜਨਮ ਭਜਨ ਬੰਦਗੀ ਕੀਤੀ ਸੀ, ਇਸ ਲਈ ਉਹਨੇ ਦੁੱਖ ਸਹਿਣ ਦੀ ਸ਼ਕਤੀ ਵੱਧ ਗਈ ਸੀ। ਇਸ ਲਈ ਇਹ ਨਹੀਂ ਸੋਚਣਾ ਕਿ ਮੈਂ ਬਹੁਤ ਵਧੀਆ ਇਨਸਾਨ ਹਾਂ ਜੀ, ਮੈਂ ਭਜਨ ਬੰਦਗੀ ਕਰਦਾ ਜੀ, ਮੇਰੀ ਜ਼ਿੰਦਗੀ ਦੁੱਖ ਨਹੀਂ ਆਵੇਗਾ। ਐਸਾ ਨਹੀਂ ਹੁੰਦਾ, ਉਹ ਆਊਗਾ ਹੀ ਆਊਗਾ, ਉਹਦੇ ਲਈ ਤਿਆਰ ਹੀ ਰਹਿਣਾ। ਅਤੇ ਜੇ ਤੁਸੀਂ ਤਿਆਰ ਨਹੀਂ, ਫਿਰ ਤੁਹਾਨੂੰ ਦੁੱਖ ਹੋਏਗਾ ਵੀ, ਕਿਉਂਕਿ ਜਿਸ ਚੀਜ਼ ਲਈ ਅਸੀਂ ਤਿਆਰ ਨਹੀਂ, ਜਦੋਂ ਚੀਜ਼ ਆਉਂਦੀ ਹੈ ਫਿਰ ਮਨੁੱਖ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ। ਜਦੋਂ ਆਪਾਂ ਤਿਆਰ ਆ ਵੀ ਜੋ ਆਇਆ ਸੰਸਾਰ 'ਚ ਇਹਨੇ ਇੱਕ ਨਾ ਇੱਕ ਦਿਨ ਇੱਥੋਂ ਜਾਣਾ ਹੀ ਜਾਣਾ, ਬਸ ਜਾਣਾ ਹੀ ਜਾਣਾ, ਸਦਾ ਇੱਥੇ ਰਹਿਣਾ ਹੀ ਨਹੀਂ ਕਿਸੇ ਨੇ। ਇਸ ਲਈ ਮੁਕਤ ਪਦਾਰਥ ਭਗਤ ਹਰ ਪਾਇਆ। ਜਿਹੜਾ ਮੁਕਤੀ ਰੂਪੀ ਪਦਾਰਥ ਹੈ ਇਹ ਪਰਮਾਤਮਾ ਦੀ ਭਗਤੀ ਕਰਕੇ ਪ੍ਰਾਪਤ ਹੁੰਦਾ ਹੈ। ਅੱਗੇ ਕਹਿੰਦੇ ਜਾ ਕੇ ਹਿਰਦੈ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਜਾ ਕਹਿ ਜਿਸ ਦੇ, ਬਹੁਤ ਇਸ ਨੂੰ ਜਾਂ ਕਹਿ ਪੜ੍ਹਦੇ ਰਹਿੰਦੇ ਹਨ, ਉਹਨਾਂ ਨੂੰ ਗਿਆਨ ਨਹੀਂ ਹੈ।
ਕਿ ਜਾ ਕੈ ਹਿੰਦੀ ਦਾ ਸ਼ਬਦ ਹੈ। ਜਾ ਬਰ ਜਿਸ ਕੈ ਮਨੇ ਦੇ, ਜਿਸ ਦੇ ਜਾ ਕੈ ਹਿਰਦੈ, ਹਿਰਦੇ ਵਿੱਚ ਵਸਿਆ ਹਰਿ ਸੋਇ। ਜਿਸ ਦੇ ਹਿਰਦੇ 'ਚ ਪਰਮਾਤਮਾ ਵਸ ਜਾਂਦਾ ਹੈ, ਪਰਮਾਤਮਾ ਦੀ ਯਾਦ ਵਸ ਜਾਂਦੀ ਹੈ। ਸਾਡੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਵਸੀ, ਇਸ ਲਈ ਸਾਨੂੰ ਭੁੱਲਦਾ ਰਹਿੰਦਾ। ਯਾਦ ਉਦੋਂ ਵਸਦੀ ਹੈ ਜਦੋਂ ਸਾਡਾ ਰੱਬ ਨਾਲ ਪਿਆਰ ਹੋ ਜਾਏਗਾ। ਪਿਆਰੇ ਦੀ ਯਾਦ ਹਮੇਸ਼ਾ ਦਿਲ 'ਚ ਵਸਦੀ ਹੈ। ਜਿਹੜਾ ਭੁੱਲ ਜੇ ਇਹਦਾ ਮਤਲਬ ਸਾਡਾ ਪਿਆਰਾ ਨਹੀਂ ਹੈ। ਜਿਹਦੇ ਨਾਲ ਸਾਡਾ ਪਿਆਰ ਹੁੰਦਾ ਉਹ ਭੁੱਲਦਾ ਹੀ ਨਹੀਂ ਹੈਗਾ। ਜਦੋਂ ਅਸੀਂ ਵਾਰੀ ਵਾਰੀ ਪਰਮਾਤਮਾ ਦਾ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ, ਸਾਡਾ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ। ਜਦੋਂ ਵਾਕਈ ਪਰਮਾਤਮਾ ਨਾਲ ਪਿਆਰ ਹੋ ਗਿਆ, ਫਿਰ ਪਰਮਾਤਮਾ ਨੇ ਕਦੇ ਭੁੱਲਣਾ ਹੀ ਨਹੀਂ ਹੈ। ਅਤੇ ਜਦੋਂ ਪਰਮਾਤਮਾ ਨਾ ਭੁੱਲੇ, ਉੱਥੇ ਜਾ ਕੇ ਕਹਿੰਦੇ ਨੇ ਅਜਪਾ ਜਾਪ। ਇਹ ਬੰਦਾ ਜੀ ਅਜਪਾ ਜਾਪ ਕਰ ਰਿਹਾ, ਭਾਵ ਇਹ ਕੋਈ ਜਾਪ ਨਹੀਂ ਕਰ ਰਿਹਾ। ਇਹਨੂੰ ਕੋਈ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ। ਇਹਨੂੰ ਤਾਂ ਵਾਹਿਗੁਰੂ ਯਾਦ ਆਇਓ ਹੀ ਜਾ ਰਿਹਾ ਹੈ। ਉੱਥੇ ਜਾ ਕੇ ਮਨੁੱਖ ਨੂੰ ਪ੍ਰਾਪਤੀ ਹੋਇਆ ਕਰਦੀ। ਉਦੋਂ ਪਹਿਲਾਂ ਕੋਈ ਸੰਭਾਵਨਾ ਨਹੀਂ। ਕਹੀ ਜੇ ਮੈਂ ਨਾਮ ਜਪਦਾ ਰਿਹਾ, ਅਜੇ ਰੱਬ ਨਾਲ ਪਿਆਰ ਹੀ ਨਹੀਂ ਪਿਆ। ਜਦੋਂ ਰੱਬ ਨਾਲ ਪਿਆਰ ਪੈ ਗਿਆ, ਫਿਰ ਰੱਬ ਕਦੇ ਭੁੱਲਣਾ ਹੀ ਨਹੀਂ। ਅਤੇ ਜਦੋਂ ਉਹਨੇ ਭੁੱਲਣਾ ਹੀ ਨਹੀਂ ਹੈ, ਤਾਂ ਫਿਰ ਅਸੀਂ ਉਹਦੇ ਕੋਲ ਹੀ ਜਾਣਾ, ਹੋਰ ਕਿੱਥੇ ਜਾਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਾ ਕੇ ਹਿਰਦੈ ਵਸਿਆ ਹਰਿ ਸੋਈ। ਜਿਸ ਦੇ ਹਿਰਦੇ 'ਚ ਪਰਮਾਤਮਾ ਵਸ ਜਾਂਦਾ ਨਾ, ਗੁਰਮੁਖ ਭਗਤ ਪ੍ਰਾਪਤ ਹੋਏ। ਉਸ ਨੂੰ ਗੁਰੂ ਰਾਹੀਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ। ਫਿਰ ਜਪਦਾ ਹੀ ਰਹਿੰਦਾ ਪਰਮਾਤਮਾ ਦਾ ਨਾਮ। ਹਰ ਕੀ ਭਗਤ ਮੁਕਤ ਆਨੰਦ। ਪਰਮਾਤਮਾ ਜਿਹੜੀ ਭਗਤੀ ਹੈ, ਸਾਨੂੰ ਮੁਕਤੀ ਦਿੰਦੀ ਹੈ, ਸਾਨੂੰ ਆਨੰਦ ਦਿੰਦੀ ਹੈ। ਇੱਕ ਹੁੰਦਾ ਸੁੱਖ, ਉਹਦਾ ਵਿਰੋਧੀ ਸ਼ਬਦ ਹੈ ਦੁੱਖ। ਜਿਸ ਦਾ ਵਿਰੋਧੀ ਹੋਵੇ ਕੋਈ, ਉਹ ਸਦਾ ਨਹੀਂ ਰਿਹਾ ਕਰਦਾ। ਦੁੱਖ ਹੈ, ਇਹਦਾ ਵਿਰੋਧੀ ਸ਼ਬਦ ਹੈ ਸੁੱਖ। ਇਹਦੇ ਵਿੱਚ ਸਦਾ ਦੁੱਖ ਨਹੀਂ ਰਹਿਣਾ, ਸੁੱਖ ਆਵੇਗਾ। ਅਤੇ ਜੇ ਹੁਣ ਸੁੱਖ ਹੈ ਤਾਂ ਸਦਾ ਸੁੱਖ ਨਹੀਂ ਰਹਿਣਾ, ਦੁੱਖ ਆਵੇਗਾ। ਪਰ ਆਨੰਦ ਦਾ ਵਿਰੋਧੀ ਸ਼ਬਦ ਹੀ ਨਹੀਂ ਹੈ। ਆਨੰਦ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਪਰਮਾਤਮਾ ਪ੍ਰਾਪਤ ਹੋ ਜਾਂਦਾ, ਉਦੋਂ ਪਹਿਲਾਂ ਨਹੀਂ। ਉਦੋਂ ਪਹਿਲਾਂ ਦੁੱਖ ਸੁੱਖ ਚੱਲਦਾ ਰਹੇਗਾ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਆਨੰਦ ਦੀ ਪ੍ਰਾਪਤੀ ਹੁੰਦੀ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਸਤਿਗੁਰੂ ਪਾ ਪਰਮਾਤਮਾ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਆਨੰਦ ਹੀ ਆਨੰਦ ਹੈ। ਫਿਰ ਕਦੇ ਮਨੁੱਖ ਚਾਹੇ ਉਹਨੂੰ ਤੱਤੀਆਂ ਤਵੀਆਂ 'ਤੇ ਬਿਠਾ ਦਿਓ, ਉਹਦੇ ਅੰਦਰ ਆਨੰਦ ਹੀ ਆਨੰਦ ਹੈ। ਉਹ ਕਦੇ ਬੇਆਨੰਦ ਨਹੀਂ ਹੁੰਦਾ, ਕਿਉਂਕਿ ਆਨੰਦ ਦਾ ਵਿਰੋਧੀ ਸ਼ਬਦ ਹੀ ਕੋਈ ਨਹੀਂ ਹੈ। ਬਲਿਸ ਜਿਹੜਾ ਸ਼ਬਦ ਇੰਗਲਿਸ਼ ਦਾ ਹੈ, ਇਹਦਾ ਕੋਈ ਵਿਰੋਧੀ ਸ਼ਬਦ ਨਹੀਂ ਕਿਸੇ ਡਿਕਸ਼ਨਰੀ 'ਚ। ਦੁੱਖ ਸੁੱਖ ਦਾ ਤਾਂ ਹੈਗੇ। ਸੋ ਹਰੀ ਦੀ ਜਿਹੜੀ ਭਗਤੀ ਹੈ, ਮਨੁੱਖ ਨੂੰ ਮੁਕਤੀ ਅਤੇ ਆਨੰਦ ਦਿੰਦੀ ਹੈ। ਗੁਰਮਤਿ ਪਾਏ ਪਰਮਾਨੰਦ। ਪਰਮਾਨੰਦ ਪਰਮ ਆਨੰਦ। ਆਨੰਦ ਦੀ ਸਭ ਤੋਂ ਉੱਚੀ ਅਵਸਥਾ ਪਾ ਪਰਮਾਤਮਾ। ਪਰਮਾਤਮਾ ਨੂੰ ਪਰਮਾਨੰਦ ਕਹਿੰਦੇ। ਗੁਰੂ ਦੀ ਮੱਤ 'ਤੇ ਚੱਲ ਕੇ ਹੀ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਅਬ ਸਾਰੀ ਗੁਰਬਾਣੀ ਗੁਰਮਤਿ ਹੈ। ਗੁਰਬਾਣੀ ਅਨੁਸਾਰ ਜਦੋਂ ਅਸੀਂ ਜੀਵਨ ਜੀਵਾਂਗੇ, ਫਿਰ ਹੀ ਸਾਨੂੰ ਪਰਮਾਨੰਦ ਦੀ ਪ੍ਰਾਪਤੀ ਹੋਏਗੀ। ਨਿਰੇ ਵਾਹਿਗੁਰੂ ਕਰਨ ਨਾਲ ਨਹੀਂ ਹੋਏਗੀ। ਜੇ ਅਸੀਂ ਪਾਠ ਕਰਦੇ ਰਹੀਏ, ਸਿਮਰਨ ਕਰਦੇ ਰਹੀਏ, ਸਤਸੰਗ ਵੀ ਕਰਦੇ ਰਹੀਏ, ਕੀਰਤਨ ਕਰਦੇ ਸੁਣਦੇ ਵੀ ਰਹੀਏ, ਕਥਾ ਕਰਦੇ ਸੁਣਦੇ ਵੀ ਰਹੀਏ, ਪਰ ਜੇ ਸਾਡਾ ਨਿੱਜੀ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੈ, ਤਾਂ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਸੋ ਜਿਹੜਾ ਜੀਵਨ ਹੈ, ਉਹ ਗੁਰਬਾਣੀ ਅਨੁਸਾਰ ਹੋਣਾ ਜ਼ਰੂਰੀ ਹੈ। ਮੰਨ ਲਓ ਗੁਰੂ ਨਾਨਕ ਦੇਵ ਜੀ, ਹੁਣ ਜਿਵੇਂ ਗੁਰੂ ਨਾਨਕ ਮੁਸਲਮਾਨ ਨੂੰ ਕਹਿੰਦੇ, ਬਈ ਕੌਣ ਹੈ ਅਸਲ 'ਚ ਮੁਸਲਮਾਨ?
ਜਿਸ 'ਚ ਆਹ ਗੁਣ ਉਹਨੂੰ ਮੁਸਲਮਾਨ ਕਹਿੰਦੇ। ਕੌਣ ਹੈ ਸਿੱਖ? ਅਗਲਾ ਕਹੇ ਕਛਹਿਰਾ ਪਾ ਲੈਣ ਨਾਲ, ਕੇਸ ਰੱਖ ਲੈਣ ਨਾਲ, ਕੰਘਾ ਕੜਾ ਪਾ ਲੈਣ ਨਾਲ, ਕਿਰਪਾਨ ਪਾ ਲੈਣ ਨਾਲ ਨਹੀਂ ਕੋਈ ਸਿੱਖ ਬਣਦਾ। ਇਹਨਾਂ ਦੇ ਮਗਰ ਜਿਹੜੇ ਗੁਣ ਨੇ ਉਹ ਸਾਡੇ 'ਚ ਹੋਣੇ ਚਾਹੀਦੇ। ਕੰਘਾ ਸਿਰ 'ਚ ਤੇ ਵਾਲ ਖਿੜੇ ਹੋਏ ਨੇ, ਦੱਸੋ ਫਿਰ ਕੰਘਾ ਰੱਖਣ ਦਾ ਵੀ ਕਿਆ ਫਾਇਦਾ ਬਈ? ਕਛਹਿਰਾ ਪਾ ਰੱਖਿਆ, ਠੀਕ ਹੈ, ਨੰਗੇਈ 'ਚ ਢੱਕ ਰੱਖਿਆ, ਪਰ ਕਛਹਿਰੇ ਦਾ ਮਤਲਬ ਨਿਰਾ ਨੰਗੇਈ ਢੱਕਣਾ ਨਹੀਂ। ਪਹਿਲਾਂ ਕਿਹੜੇ ਲੋਕ ਨੰਗੇ ਰਹਿੰਦੇ ਸੀ? ਪਹਿਲਾਂ ਇਹਨੇ ਲੰਗੋਟੀਆਂ ਪਾਉਂਦੇ ਸਨ, ਪਾਉਂਦੇ ਤਾਂ ਕੋਈ ਸਨ। ਕਛਹਿਰੇ ਦਾ ਭਾਵ ਹੈ ਤੁਹਾਡਾ ਚਾਲ ਚੱਲਣ ਉੱਚਾ ਚਾਹੀਦਾ ਹੈ। ਕੰਘੇ ਦਾ ਭਾਵ ਹੈ ਤੁਹਾਡੀ ਸਰੀਰਕ ਸਫਾਈ ਚਾਹੀਦੀ ਹੈ। ਕਿਰਪਾਨ ਹੈ ਭਾਵ ਤੁਸੀਂ ਅੰਦਰੋਂ ਡਰਪੋਕ ਨਹੀਂ ਹੋਣੇ ਚਾਹੀਦੇ, ਤੁਸੀਂ ਨਿਡਰ ਹੋਣੇ ਚਾਹੀਦੇ ਹੋ। ਕੜੇ ਦਾ ਭਾਵ ਵਹਿਮਾਂ ਭਰਮਾਂ 'ਚ ਨਹੀਂ ਤੁਸੀਂ ਪੈਣਾ। ਇਹਨਾਂ ਦੇ ਮਗਰ ਜਿਹੜੇ ਗੁਣ ਨੇ ਅਗਰ ਉਹ ਅਸੀਂ ਧਾਰਨ ਕਰਾਂਗੇ ਤਾਂ ਗੱਲ ਹੈ, ਨਹੀਂ ਤਾਂ ਸਿਰਫ ਵਿਖਾਵਾ ਹੋ ਜਾਏ, ਫਾਰਮੈਲਿਟੀਆਂ ਹੋ ਜਾਣਗੀਆਂ। ਹੁਣ ਜਦ ਜਨੇਊ ਪਾਉਣ ਲੱਗੇ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹਨਾਂ ਨੇ ਸਮਝਾਇਆ ਸੀ ਪੰਡਤ ਨੂੰ ਕਿ ਇਸ ਜਨੇਊ ਦੀ ਜੋ ਭਾਵਨਾ ਹੈ ਉਹ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ। ਉਹ ਜਨੇਊ ਦੇ ਵਿਰੁੱਧ ਨਹੀਂ ਸਨ। ਉਹ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਖਾਤੇ। ਆ ਜਿਹੜਾ ਤੇਰਾ ਤੂੰ ਮੈਨੂੰ ਜਨੇਊ ਪਾਉਣ ਲੱਗਾ ਇਹ ਤਾਂ ਸਰੀਰ 'ਤੇ ਪਵੇਗਾ, ਮੇਰੀ ਆਤਮਾ ਨੂੰ ਇਹਦਾ ਕੀ ਫਾਇਦਾ? ਇਹ ਤਾਂ ਸਰੀਰ 'ਤੇ ਪਏਗਾ, ਮੇਰੀ ਆਤਮਾ ਨੂੰ ਕੀ ਫਾਇਦਾ? ਮੈਨੂੰ ਤਾਂ ਉਹ ਚੀਜ਼ ਚਾਹੀਦੀ ਜਿਹੜੀ ਮੇਰੀ ਆਤਮਾ ਨੂੰ ਲਾਭ ਪਹੁੰਚਾਵੇ। ਅਤੇ ਉਹਨੇ ਗੁਣ ਦਇਆ ਕਪਾ, ਵੀ ਜਿਹਨੇ ਜਨੇਊ ਪਾਉਣਾ ਉਹਦੇ ਅੰਦਰ ਦਇਆ ਹੋਣੀ ਚਾਹੀਦੀ ਹੈ। ਸੰਤੋਖ ਸੂਤ, ਉਹਦੇ ਅੰਦਰ ਸਬਰ ਸੰਤੋਖ ਚਾਹੀਦਾ। ਜਤ ਗੰਢੀ, ਉਹਦਾ ਉੱਚਾ ਆਚਰਣ ਚਾਹੀਦਾ। ਸੱਤ ਵਟ, ਉਹ ਨਾਮ ਜਪਣ ਵਾਲਾ ਬੰਦਾ ਚਾਹੀਦਾ। ਦਇਆ ਹੋਵੇ ਅੰਦਰ, ਸਬਰ ਸੰਤੋਖ ਹੋਵੇ, ਉੱਚਾ ਆਚਰਣ ਹੋਵੇ, ਕੋਲ ਨਾਮ ਹੋਵੇ। ਕਹਿੰਦਾ ਅਸਲ ਇਹ ਜਨੇਊ। ਜੇ ਕੋਈ ਚਾਰੇ ਕੰਮ ਕਰ ਰਿਹਾ ਹੈ ਉਹਦੇ ਅੰਦਰ ਦਇਆ ਵੀ ਹੈ, ਉਹਦੇ ਅੰਦਰ ਸਬਰ ਸੰਤੋਖ ਵੀ ਹੈ, ਉਹਦਾ ਚਾਲ ਚੱਲਣ ਵੀ ਉੱਚਾ ਹੈ, ਉਹ ਨਾਮ ਵੀ ਜਪਦਾ, ਸਮਝੋ ਅਸਲ 'ਚ ਉਹਨੇ ਜਨੇਊ ਪਾ ਰੱਖਿਆ ਹੈ। ਸੋ ਇਹਨਾਂ ਦੇ ਮਗਰ ਜਿਹੜੀ ਭਾਵਨਾਵਾਂ ਨੇ ਅਗਰ ਅਸੀਂ ਉਹਨਾਂ 'ਤੇ ਨਹੀਂ ਚੱਲਦੇ, ਇਹ ਸਿਰਫ ਲੋਕ ਫਾਰਮੈਲਿਟੀਆਂ ਹੋ ਜਾਣਗੀਆਂ, ਲੋਕ ਵਿਖਾਵੇ ਹੋ ਜਾਣਗੇ। ਸੋ ਧਰਮ ਦੇ ਵਿੱਚ ਗੁਰਬਾਣੀ 'ਚ ਲੋਕ ਵਿਖਾਵੇ ਪਸੰਦ ਨਹੀਂ ਕੀਤੇ ਜਾਂਦੇ, ਅਮਲੀ ਜੀਵਨ ਚਾਹੀਦੇ, ਪ੍ਰੈਕਟੀਕਲ ਲਾਈਫ ਚਾਹੀਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰਮਤਿ ਪਾਏ ਪਰਮ ਆਨੰਦ, ਗੁਰੂ ਦੀ ਮੱਤ 'ਤੇ ਚੱਲ ਕੇ ਹੀ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਾਹੇ ਨਿਰਾਸ ਬੁਝਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਜਿਨ ਪਾਇਆ, ਨੰਨਣ ਸੈਰੀ ਲੱਗੇ ਜਿਨ, ਇੱਕ ਵਚਨ। ਜੇ ਨੰਨਣ ਸੈਰੀ ਨਾ ਆਉਂਦੇ ਜਿਨ, ਜਿਨ੍ਹਾਂ ਨੇ, ਫਿਰ ਆਪਾਂ ਜਿਨ੍ਹਾਂ ਨੇ, ਨੰਨਣ ਸੈਰੀ ਇੱਕ ਵਜੇ ਜਿਸ ਨੇ, ਹੁਣ ਇਹਦਾ ਤਾਂ ਜਿਸ ਨੇ। ਜਿਨ ਪਾਇਆ ਗੁਰ ਦੇਖ ਦਿਖਾਇਆ, ਜਿਸ ਨੇ ਵੀ ਪਰਮਾਤਮਾ ਨੂੰ ਪਾਇਆ ਉਹਨੇ ਗੁਰੂ ਰਾਹੀਂ ਪਾਇਆ, ਕਿਉਂ ਗੁਰੂ ਨੇ ਪਹਿਲਾਂ ਪਰਮਾਤਮਾ ਨੂੰ ਦੇਖਿਆ, ਫਿਰ ਗੁਰੂ ਨੇ ਦੂਜੇ ਨੂੰ ਪਰਮਾਤਮਾ ਦਿਖਾਇਆ। ਮੰਨ ਲਓ ਮੈਂ ਆਪ ਹੀ ਨਹੀਂ ਪਰਮਾਤਮਾ ਨੂੰ ਦੇਖਿਆ, ਮੈਂ ਕਿਸੇ ਨੂੰ ਪਰਮਾਤਮਾ ਨੂੰ ਦਿਖਾ ਨਹੀਂ ਸਕਦਾ, ਮੈਂ ਆਪ ਹੀ ਨਹੀਂ ਦੇਖਿਆ। ਮੈਂ ਆਪ ਹੀ ਸੱਚਖੰਡ ਨਹੀਂ ਗਿਆ, ਮੈਂ ਕਿਸੇ ਨਹੀਂ ਲਿਜਾ ਸਕਦਾ। ਸਿੱਖ ਧਰਮ ਦੇਵੀ ਦੇਵਤਿਆਂ ਨੂੰ ਕਿਉਂ ਨਹੀਂ ਮੰਨਦਾ? ਉਹ ਕਹਿੰਦੇ ਇਹਦੇ ਧੁਰ ਨਹੀਂ ਪਹੁੰਚੇ, ਇਹ ਮਨੁੱਖ ਤੋਂ ਉੱਪਰ ਉੱਠ ਗਏ। 90% ਲੋਕ ਤੇ ਮਨੁੱਖ ਵੀ ਨਹੀਂ ਹੈਗੇ, ਇਹ ਪਸ਼ੂ ਬਿਰਤੀ ਇਹਦੇ ਅੰਦਰ। ਕਰਤੂਤ ਪਸ਼ੂ ਕੀ ਮਾਨਸ ਜਾਤ, ਪੰਜ ਪਾਤਸ਼ਾਹ ਦੀ ਗੱਲ ਮੰਨਦੇ ਨੇ। ਅਸੀਂ ਦੇਖਣ ਨੂੰ ਬੰਦੇ ਹਾਂ, ਬੰਦੇ ਵਾਲੀ ਸਾਡੇ ਅੰਦਰ ਕੋਈ ਗੱਲ ਨਹੀਂ। 90% ਲੋਕ ਤੇ ਮਨੁੱਖ ਹੈਣ ਹੀ ਨਹੀਂ, ਉਹਨਾਂ ਮਨੁੱਖ ਕਿਹਾ ਹੀ ਨਹੀਂ ਜਾ ਸਕਦਾ, ਉਹ ਤੇ ਪਸ਼ੂ ਲੈਵਲ 'ਤੇ ਜਿਉ ਰਹੇ ਨੇ।
ਪਹਿਲਾਂ ਪਸ਼ੂ ਲੈਵਲ ਤੋਂ ਉੜਦਾ ਉੜਦਾ ਮਨੁੱਖ ਬਣੇਗਾ, ਭਜਨ ਬੰਦਗੀ ਕਰਦਾ ਕਰਦਾ ਫਿਰ ਦੇਵੀ ਦੇਵਤਿਆਂ ਦੇ ਲੈਵਲ 'ਤੇ ਪਹੁੰਚੇਗਾ, ਫਿਰ ਭਜਨ ਬੰਦਗੀ ਕਰਦਾ ਕਰਦਾ ਬ੍ਰਹਮ ਗਿਆਨ ਦੀ ਅਵਸਥਾ 'ਤੇ ਰੱਬ ਤੱਕ ਪਹੁੰਚੇਗਾ। ਇਹ ਦੇਵੀ ਦੇਵਤੇ ਅਧੂਰੇ ਰਹਿ ਗਏ ਨੇ। ਇਹ ਸਾਨੂੰ ਉੱਥੋਂ ਤੱਕ ਲਿਜਾ ਸਕਦੇ ਜਿੱਥੋਂ ਤੱਕ ਇਹ ਆਪ ਗਏ ਹੋਏ ਨੇ। ਇਹ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੇ। ਇਸ ਲਈ ਸਿੱਖ ਧਰਮ ਕਹਿੰਦਾ ਜਿਹੜਾ ਤੁਹਾਨੂੰ ਸੱਚਖੰਡ ਹੀ ਨਹੀਂ ਲਿਜਾ ਸਕਦਾ, ਉਹਨੂੰ ਫਿਰ ਪੂਜਣ ਦਾ ਫਾਇਦਾ ਕਿਆ ਹੈ। ਗੁਰੂ ਤੁਹਾਨੂੰ ਸੱਚਖੰਡ ਲਿਜਾ ਸਕਦਾ ਹੈ, ਕਿਉਂਕਿ ਗੁਰੂ ਸੱਚਖੰਡ ਗਿਆ ਹੁੰਦਾ ਹੈ, ਉਹ ਲਿਜਾ ਸਕਦਾ। ਇਸ ਲਈ ਤੁਸੀਂ ਗੁਰੂ ਦੀ ਪੂਜਾ ਕਰੋ, ਗੁਰੂ ਦੇ ਆਖੇ ਲੱਗੋ, ਗੁਰੂ ਮਹਾਰਾਜ ਤੁਹਾਨੂੰ ਸੱਚਖੰਡ ਤੱਕ ਲੈ ਕੇ ਜਾਣਗੇ, ਤਾਂ ਤੁਹਾਡਾ ਜਾ ਕੇ ਜੰਮਣ ਮਰਨ ਖਤਮ ਹੋਵੇਗਾ। ਇਸ ਲਈ ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਣਾ। ਜਿਹੜੇ ਪੂਜ ਰਹੇ ਨੇ ਬੜੀ ਖੁਸ਼ੀ ਨਾਲ ਪੂਜੇ ਜਾਣ, ਸਾਨੂੰ ਉਸ 'ਤੇ ਕੋਈ ਇਤਰਾਜ਼ ਨਹੀਂ ਹੈ। ਆਪਣੀ ਆਪਣੀ ਸ਼ਰਧਾ ਭਾਵਨਾ ਹੁੰਦੀ ਹੈ। ਕੋਈ ਗਊ ਨੂੰ ਪੂਜ ਰਿਹਾ, ਪੂਜੀ ਜਾਵੇ, ਪਰ ਸਿੱਖ ਧਰਮ 'ਚ ਕਿਸੇ ਡੰਗਰ ਦੀ ਪੂਜਾ ਕਰਨ ਦਾ ਕੋਈ ਵਿਧਾਨ ਨਹੀਂ ਹੈ। ਅਸੀਂ ਕਿਸੇ ਦੇਵੀ ਦੇਵਤੇ ਦੀ ਨਹੀਂ ਪੂਜਾ ਕਰਨੀ, ਕਿਸੇ ਪਸ਼ੂ ਦੀ ਪੂਜਾ ਨਹੀਂ ਕਰਨੀ। ਕੋਈ ਪਿੱਪਲ ਦੀ ਪੂਜਾ ਕਰ ਰਿਹਾ ਹੈ, ਅਸੀਂ ਕਿਸੇ ਦਰਖਤਾਂ ਦੀ ਪੂਜਾ ਨਹੀਂ ਕਰਨੀ। ਉਹ ਕਰਦੇ ਨੇ, ਬੜੀ ਖੁਸ਼ੀ ਨਾਲ ਕਰੀ ਜਾਣ, ਸਾਨੂੰ ਕੋਈ ਨਾ 'ਤੇ ਇਤਰਾਜ਼, ਨਾ ਸਾਨੂੰ ਇਤਰਾਜ਼ ਕਰਨਾ ਚਾਹੀਦਾ, ਕਿਉਂਕਿ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ, ਆਪਣੇ ਰੀਤੀ ਰਿਵਾਜ ਪਿਆਰੇ ਨੇ, ਸਾਨੂੰ ਉਹਨਾਂ 'ਤੇ ਕੋਈ ਨੁਕਤਾ। ਹਾਂ, ਅਗਰ ਕੋਈ ਸਿੱਖ ਮੂਰਤੀ ਪੂਜਾ ਕਰਦਾ ਹੈ, ਕੋਈ ਸਿੱਖ ਪਸ਼ੂ ਨੂੰ ਪੂਜਦਾ ਹੈ, ਕੋਈ ਸਿੱਖ ਦਰਖਤਾਂ ਨੂੰ ਪੂਜਦਾ, ਉਹਨੂੰ ਤਾਂ ਅਸੀਂ ਸਮਝਾ ਸਕਦੇ ਹਾਂ ਵੀ ਭਾਈ ਸਿੱਖ ਧਰਮ 'ਚ ਦਰਖਤਾਂ ਨੂੰ ਨਹੀਂ ਪੂਜੀਦਾ, ਸਿੱਖ ਧਰਮ 'ਚ ਪਸ਼ੂ ਨੂੰ ਪੂਜਣ ਦਾ ਕੋਈ ਰਿਵਾਜ਼ ਨਹੀਂ ਹੈ, ਸਿੱਖ ਧਰਮ ਦੇਵੀ ਦੇਵਤੇ ਪੂਜਣ ਦਾ ਕੋਈ ਰਿਵਾਜ਼ ਨਹੀਂ ਹੈ। ਸਿੱਖ ਧਰਮ ਦੇ ਵਿੱਚ ਤਾਂ ਹੈ ਤੁਸੀਂ ਗੁਰੂ ਨੂੰ ਪੂਜਣਾ ਜਾਂ ਪਰਮਾਤਮਾ ਨੂੰ ਪੂਜਣਾ, ਬਸ, ਕਿਉਂਕਿ ਇਹੀ ਤੁਹਾਨੂੰ ਪਰਮਾਤਮਾ ਤੱਕ ਲਿਜਾ ਸਕਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨ ਪਾਇਆ ਗੁਰ ਦੇਖ ਦਿਖਾਏ। ਜਿਸ ਨੇ ਵੀ ਪਰਮਾਤਮਾ ਨੂੰ ਪਾਇਆ ਉਹਨੇ ਗੁਰੂ ਰਾਹੀਂ ਪਾਇਆ, ਕਿਉਂਕਿ ਗੁਰੂ ਨੇ ਪਹਿਲਾਂ ਪਰਮਾਤਮਾ ਦੇਖਿਆ, ਫਿਰ ਉਸਨੇ ਲੋਕਾਂ ਨੂੰ ਵਿਖਾਇਆ। ਆਸਾ ਮਾਹੇ ਨਿਰਾਸ ਬੁਝਾਇਆ। ਇੰਨੀਆਂ ਸੰਸਾਰ 'ਚ ਛਾਵਾਂ ਨੇ, ਗੁਰੂ ਮਹਾਰਾਜ ਕੀ ਕਰਦਾ, ਫਿਰ ਨਿਰ-ਇੱਛਤ ਕਰ ਦਿੰਦਾ, ਨਿਰਾਸ, ਨਿਰ-ਆਸ, ਜਿੱਥੇ ਕੋਈ ਇੱਛਾ ਹੀ ਨਹੀਂ। ਜੋ ਗੁਰੂ ਮਹਾਰਾਜ ਦੀ ਕਿਰਪਾ, ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਕੋਈ ਇੱਛਾ ਹੀ ਨਹੀਂ ਰਹਿੰਦੀ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਅਗੰਮ ਅਪਾਰਾ ਪਰਮਾਤਮਾ। ਜਦੋਂ ਪਰਮਾਤਮਾ ਦੀ ਪ੍ਰਾਪਤੀ, ਸਾਰੀਆਂ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ, ਕੋਈ ਰਹਿੰਦੀ ਹੀ ਨਹੀਂ ਹੈ, ਕੋਈ ਰਹਿੰਦੀ ਨਹੀਂ। ਪਹਿਲਾਂ ਤ੍ਰਿਸ਼ਨਾ ਬੁਝਦੀਆਂ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਸਿਮਰਨ ਕਰ ਕਰਕੇ ਵੀ ਇੱਛਾ ਖਤਮ ਹੋ ਜਾਂਦੀ ਹੈ। ਅਤੇ ਜਦੋਂ ਪਰਮਾਤਮਾ ਦੀ ਪ੍ਰਾਪਤੀ ਦੀਆਂ ਸਾਰੀ ਇੱਛਾਵਾਂ ਹੀ ਪੂਰੀਆਂ ਹੋ ਜਾਂਦੀਆਂ, ਕੋਈ ਰਹਿੰਦੀ ਹੀ ਨਹੀਂ। ਜਦੋਂ ਇੱਛਾ ਹੀ ਕੋਈ ਨਹੀਂ ਤਾਂ ਦੁਬਾਰਾ ਜਨਮ ਨਹੀਂ ਹੋ ਸਕਦਾ। ਸਾਡੀ ਇੱਛਾ ਹੀ ਸਾਨੂੰ ਦੁਬਾਰਾ ਜਨਮ ਦਿੰਦੀ ਹੈ। ਬੰਦਾ ਬਹਾਦਰ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਵਿਖੇ ਇਹੀ ਦੱਸਿਆ ਸੀ ਕਿ ਤੇਰਾ ਜਿਹੜਾ ਗੁਰੂ ਔਗੜਨਾਥ ਹੈ ਉਹ ਮੁਕਤ ਨਹੀਂ ਹੋਇਆ, ਉਹਨੂੰ ਮੁਕਤੀ ਨਹੀਂ ਮਿਲੀ, ਕਿਉਂਕਿ ਮਰਨ ਵੇਲੇ ਉਸਦੀ ਇੱਛਾ ਸੀ ਕਿ ਮੈਂ ਬਿਲ ਖਾਵਾਂ। ਇਸ ਲਈ ਬਿਲ ਖਾਣ ਲਈ ਉਹ ਬਿਲ ਦਾ ਕੀੜਾ ਬਣਿਆ ਹੋਇਆ ਹੈ। ਔਗੜਨਾਥ ਦੀ ਇੱਛਾ ਨੇ ਹੀ ਉਹਨੂੰ ਦੁਬਾਰਾ ਜੀਵਨ ਦਿੱਤਾ। ਜਦੋਂ ਪਰਮਾਤਮਾ ਦੀ ਪ੍ਰਾਪਤੀ ਦੀਆਂ ਸਭੇ ਇੱਛਾ ਪੂਰੀਆਂ, ਸਾਰੀਆਂ ਇੱਛਾਵਾਂ ਹੀ ਪੂਰੀਆਂ ਹੋ ਗਈਆਂ, ਕੋਈ ਇੱਛਾ ਹੀ ਨਹੀਂ ਰਹਿ ਗਈ, ਇਸ ਲਈ ਦੁਬਾਰਾ ਜਨਮ ਹੀ ਨਹੀਂ ਹੁੰਦਾ। ਇਸ ਕਰਕੇ ਨਹੀਂ ਜਨਮ ਹੁੰਦਾ ਦੁਬਾਰਾ, ਕੋਈ ਇੱਛਾ ਹੀ ਕੋਈ ਨਹੀਂ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦਾ ਮਰਨ ਵੇਲੇ ਧਿਆਨ ਸਿਰ ਵਾਹਿਗੁਰੂ ਵਾਹਿਗੁਰੂ ਵੱਲ ਹੋ ਜਾਂਦਾ। ਅਗਰ ਕੋਈ ਸੰਸਾਰਕ ਖਿਆਲ ਆਇਆ ਨਹੀਂ, ਸਾਨੂੰ ਇੱਕ ਜਨਮ ਉਸ ਖਿਆਲ ਦੀ ਪੂਰਤੀ ਲਈ ਲੈਣਾ ਪੈਣਾ ਦੁਬਾਰਾ। ਕੋਈ ਆ ਜਾਏ ਖਿਆਲ ਬਾਈ ਚਾਂਸ, ਰੱਬ ਗਿਆ ਭੁੱਲ ਅਤੇ ਕੋਈ ਸੰਸਾਰਕ ਖਿਆਲ ਆ ਗਿਆ, ਜਿਵੇਂ ਖਿਆਲ ਹੈ ਸਾਡੀ ਜਾਨ ਨਿਕਲ ਗਈ ਹੈ, ਹੁਣ ਉਸ ਖਿਆਲ ਦੀ ਪੂਰਤੀ ਲਈ ਸਾਨੂੰ ਇੱਕ ਜਨਮ ਉਸ ਖਿਆਲ ਅਨੁਸਾਰ ਲੈਣਾ ਪਵੇਗਾ, ਕਿਉਂਕਿ ਖਿਆਲ ਉੱਧਰ ਨੂੰ ਹੋ ਗਿਆ, ਧਿਆਨ ਉੱਧਰ ਚਲੇ ਗਿਆ। ਸੋ ਇਹ ਤਾਂ ਬੜੇ ਵੱਡੇ ਭਾਗ
ਤਾਂ ਜਾ ਕੇ ਕਿਤੇ ਫਿਰ ਰੱਬ ਵੱਲ ਜਾ। ਹੁਣ ਮੈਂ ਕਈ ਵਾਰੀ ਸੋਚਦਾ ਵੀ ਗਣਕਾ ਨੂੰ ਜਦੋਂ ਸੱਪ ਨੇ ਡੰਗ ਮਾਰਿਆ, ਜੇ ਉਹ ਕਰਦੀ ਹਾਏ ਹੋਏ ਵਰਗੀ, ਤਾਂ ਉਹ ਇੱਥੇ ਰਹਿ ਰੁਜਣੀ ਸੀ ਵਿਚਾਰੀ। ਉਹਦੇ ਮੂੰਹ 'ਚ ਸੱਪ ਨੇ ਡੰਗ ਮਾਰੇ, ਉਹਨੇ ਹਾਏ ਪਾ ਨਹੀਂ ਕੀਤੀ, ਉਹਦੇ ਮੂੰਹ ਨਿਕਲਿਆ ਰਾਮ, ਅਤੇ ਜਿਉਂ ਹੀ ਰਾਮ ਨਿਕਲਿਆ ਦੇਵਤੇ ਆ ਕੇ ਉਸਨੂੰ ਦੇਵਨਗਰੀ 'ਚ ਲੈ ਗਏ। ਇਹ ਹੈ। ਮੈਂ ਬੈਠਾ ਸੋਚ ਰਿਹਾ ਸੀ ਜਦੋਂ ਪੜ੍ਹਦਾ ਸੀ, ਮੈਂ ਜੇ ਕਿਤੇ ਹੁਣ ਡੰਗ ਮਾਰਿਆ ਆਪਣੇ ਮੂੰਹ ਸੀ ਨਿਕਲਦੀ ਕਿ ਨਹੀਂ? ਗਣਕਾ ਦੇ ਮੂੰਹੋਂ ਜੇ ਹਾਏ ਪਾਰ ਨਿਕਲ ਜਾਂਦੀ ਜਾਂ ਕੋਈ ਹੋਰ ਸ਼ਬਦ ਨਿਕਲ ਜਾਂਦਾ ਤਾਂ ਉਹਨੇ ਵਿਚਾਰੇ ਨੇ ਫਿਰ ਜਨਮ ਲੈਣਾ ਪੈਣਾ ਸੀ, ਉਹਨੂੰ ਧੱਕੇ ਖਾਣੇ ਪੈਣੇ ਸੀ। ਉਹਦੇ ਮੂੰਹ ਨਿਕਲਿਆ ਰਾਮ, ਨਿਕਲਿਆ ਅਤੇ ਸਰੀਰ 'ਤੇ ਆ ਗਈ। ਇਸ ਲਈ ਜਿਹੜਾ ਅੰਤਲਾ ਸਮਾਂ ਹੁੰਦਾ ਉਹ ਬੜਾ ਜ਼ਬਰਦਸਤ ਹੁੰਦਾ। ਉਹਦੇ 'ਤੇ ਸਾਡੀ ਕਿਸਮਤ ਖੜੀ ਹੈ ਵੀ ਅਗਲਾ ਜਨਮ ਕਿਹੋ ਜਿਹਾ ਸਾਡਾ ਹੋ, ਜਿਹੋ ਜਿਹਾ ਖਿਆਲ ਆ ਗਿਆ। ਸੋ ਆਸਾ ਮਾਹੇ ਨਿਰਾਸ ਬੁਝਾਇਆ। ਸੋ ਗੁਰੂ ਮਹਾਰਾਜ ਜਿਹੜੇ ਨੇ ਮਨੁੱਖ ਨੂੰ ਇੱਛਾ ਰਹਿਤ ਕਰ ਦਿੰਦੇ ਨੇ। ਇਹ ਛਾਵਾਂ ਦੇ ਵਿੱਚ ਰਹਿ ਕੋਈ ਬੰਦਾ ਇੱਛਾ ਰਹਿਤ ਹੋ ਜਾਂਦਾ ਹੈ। ਦੀਨਾਨਾਥ ਸਰਬ ਸੁਖ ਦਾਤਾ। ਦੀਨਾਨਾਥ ਪਰਮਾਤਮਾ ਨੂੰ ਕਹਿੰਦੇ ਨੇ, ਸਰਬ ਸੁਖ ਦਾਤਾ, ਸਾਰੇ ਸੁੱਖਾਂ ਦਾ ਦਾਤਾ। ਪਰਮਾਤਮਾ ਕੋਲ ਦੁੱਖ ਨਹੀਂ ਹੈਗੇ। ਕਈ ਵਾਰੀ ਬੰਦਾ ਦੁਖੀ ਹੋਇਆ, ਕਹਿੰਦਾ ਪਰਮਾਤਮਾ ਪਤਾ ਨਹੀਂ ਮੈਂ ਤਾਂ ਕਿਹੜੇ ਜਨਮ ਦੇ ਬਦਲੇ ਲੈ ਰਿਹਾ। ਪਰਮਾਤਮਾ ਕੋਈ ਸਾਡੇ ਦੇ ਬਦਲੇ ਨਹੀਂ ਲੈਂਦਾ। ਜੋ ਬਦਲਾ ਲੈਂਦਾ ਫਿਰ ਤਾਂ ਸਾਡੇ ਵਰਗੇ ਹੀ ਹੋਇਆ, ਫਿਰ ਸਾਡੇ ਵਰਗੇ ਹੀ ਹੋਇਆ ਜਿਹੜਾ ਬਦਲਾ ਲੈਂਦਾ। ਹੁਣ ਗੁਰੂ ਮਹਾਰਾਜ ਨੇ ਤੱਤੀਆਂ ਤਵੀਆਂ 'ਤੇ ਬਿਠਾ ਰੱਖਿਆ, ਉਹਨੇ ਕਿਸੇ ਨੂੰ ਸ਼ਰਾਪ ਨਹੀਂ ਦਿੱਤਾ ਵੀ ਤੁਹਾਡਾ ਸਤਿਆਨਾਸ ਹੋਵੇ, ਤੁਹਾਡਾ ਮੈਨੂੰ ਤੱਤੀਆਂ ਤਵੀਆਂ 'ਤੇ ਬਿਠਾਉਣ। ਇਸ ਤਰ੍ਹਾਂ ਨਹੀਂ ਕਿਹਾ। ਉਹਨਾਂ ਦੇ ਅੰਦਰ ਭਾਵਨਾ ਹੀ ਨਹੀਂ ਹੁੰਦੀ। ਉਹ ਬ੍ਰਹਮ ਗਿਆਨੀ ਹੁੰਦੇ ਨੇ, ਬ੍ਰਹਮ ਗਿਆਨੀ ਹੁੰਦੇ ਨੇ। ਉਹਨਾਂ ਨੇ ਸਾਰੇ ਹੀ ਆਪਣੇ ਬਗਾਨਾ ਕੋਈ ਹੁੰਦਾ ਹੀ ਨਹੀਂ ਹੈਗੇ। ਉਹਨਾਂ ਨੂੰ ਪਤਾ ਹੁੰਦਾ ਇਹ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਹੈ, ਬਸ ਠੀਕ ਹੈ। ਜਦੋਂ ਆਪਾਂ ਨੂੰ ਪਤਾ ਲੱਗ ਜਾਏ ਕਿ ਇਹ ਜੋ ਮੇਰੇ ਨਾਲ ਹੋ ਰਿਹਾ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ, ਬਸ ਫਿਰ ਗੱਲ ਖਤਮ ਹੋ ਗਈ। ਫਿਰ ਕਾਹਦਾ ਅਗਲਾ ਕਰਨ? ਉਹ ਤਾਂ ਉਹਦਾ ਹੁਕਮ ਹੈ। ਪਰਮਾਤਮਾ ਦੇ ਹੁਕਮ ਨਾਲ ਤੱਤੇ ਤਵੀਦੇ, ਕਿਉਂਕਿ ਪਰਮਾਤਮਾ ਦੇ ਹੁਕਮ ਨਾਲ ਬੈਠੇ, ਇਸ ਲਈ ਪਰਮਾਤਮਾ ਨੇ ਸ਼ਕਤੀ ਦੇ ਦਿੱਤੀ ਕਿ ਲੈ ਹਾਲਾਤ ਐਸੇ ਬਣ ਜਾਣਗੇ, ਤੁਹਾਨੂੰ ਤੱਤੀਆਂ ਤਵੀਆਂ 'ਤੇ ਬਹਿਣਾ ਪਏਗਾ। ਤੁਹਾਡੇ ਤੱਤਾ ਰੇਤਾ ਤੁਹਾਡੇ ਸਿਰ 'ਚ ਪਾਇਆ ਜਾਵੇਗਾ, ਪਰ ਮੈਂ ਤੁਹਾਡੇ ਨਾਲ ਹਾਂ, ਕੋਈ ਪਰਵਾਹ ਨਹੀਂ ਕਰ। ਇਹ ਜੋ ਮਰਜ਼ੀ ਹੈ ਜ਼ੋਰ ਲਾ ਲੈਣ, ਤੁਹਾਨੂੰ ਤੁਹਾਡੇ ਅਸੂਲ ਤੋਂ ਡੁਲਾ ਨਹੀਂ ਸਕਦੇ। ਹੁਣ ਕਰੀ ਗਈ ਇਹੋ ਜਿਹਾ ਬਾਬਾ ਕੁਛ ਕੋਈ ਪਰਵਾਹ ਨਹੀਂ ਕੀਤੀ। ਬੰਦਾ ਬਾਦ ਜਦੋਂ ਅੱਖਾਂ ਕੱਢਣ ਲੱਗ, ਪਹਿਲਾਂ ਕਿ ਮੁਸਲਮਾਨ ਬਣ ਜਾ, ਉਹ ਕਹਿੰਦਾ ਮੈਂ ਨਹੀਂ ਬਣਦਾ, ਉਹ ਦੋਨੋਂ ਅੱਖਾਂ ਕੱਢਤੀਆਂ। ਕਦੇ ਅਜੇ ਵੀ ਮੁਸਲਮਾਨ ਬਣ ਜਾ, ਕਦੇ ਨਹੀਂ ਬਣਦਾ, ਦੋਨੋਂ ਬਾਹਾਂ ਵੜਤੀਆਂ। ਕਦੇ ਅਜੇ ਵੀ ਮੁਸਲਮਾਨ ਬਣ ਜਾ, ਕਦੇ ਮੈਂ ਨਹੀਂ ਬਣਦਾ, ਦੋਨੋਂ ਲੱਤਾਂ ਵੜਤੀਆਂ। ਕਰ ਲਓ ਜੋ ਮਰਜ਼ੀ ਕਰ, ਨਹੀਂ ਬਣਦਾ। ਉਹ ਡਰ ਹੀ ਨਹੀਂ ਉਹਨਾਂ ਦੇ ਅੰਦਰ ਹੁੰਦਾ। ਪਰਮਾਤਮਾ ਉਹਨਾਂ ਨੂੰ ਇੰਨੀ ਸਹਿਣ ਸ਼ਕਤੀ ਦੇ ਦਿੰਦਾ ਕਿ ਦੁਸ਼ਮਣ ਜੋ ਮਰਜ਼ੀ ਹੈ ਪਿਆ ਕਰ। ਬੰਦ ਕਟਵਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਆਪਣੇ ਤਨ ਨੂੰ ਆਰੇ ਨਾਲ ਚਰਵਾਉਣਾ। ਜਦੋਂ ਬੰਦਾ ਇਤਿਹਾਸ ਪੜ੍ਹਦਾ, ਰੌਂਗਟੇ ਖੜੇ ਨੇ ਬੰਦੇ ਦੇ, ਵੀ ਧਨ ਲੋਕ ਇਹ ਹੈ। ਪਤਾ ਨਹੀਂ ਕਿਸਮ ਮਿੱਟੀ ਦੇ ਬਣੇ ਹੋਏ ਲੋਕ ਸਨ। ਮਾਂ ਨੂੰ ਆਪਣਾ ਪੁੱਤਰ ਬੱਚਾ ਸਭ ਤੋਂ ਵੱਧ ਪਿਆਰਾ ਹੁੰਦਾ ਹੈ। ਮਾਵਾਂ ਨੂੰ ਜੇਲ੍ਹ 'ਚ ਡੱਕੇ, ਲਾਹੌਰ ਦੇ ਜੇਲ੍ਹਾਂ 'ਚ ਡੱਕਿਆ ਹੋਇਆ ਹੈ। ਫਿਰ ਕੀ ਕਰਦੇ ਨੇ? ਉਹਦੇ ਬੱਚੇ ਨੂੰ ਫੜਦੇ ਨੇ, ਦੋਨੋਂ ਲੱਤਾਂ ਵਿਚਾਲ ਲੈ ਕੇ ਪਾੜ ਦਿੰਦੇ ਨੇ, ਅਤੇ ਕਹਿੰਦੇ ਮੁਸਲਮਾਨ ਬਣੇਗੀ, ਕਦੇ ਨਹੀਂ ਬਣਦੀ, ਉਹਦੀ ਝੋਲੀ ਪਾ ਦਿੰਦੇ ਨੇ। ਫਿਰ ਬੱਚੇ ਉੱਪਰ ਸੁੱਟਦੇ ਨੇ, ਹੇਠਾਂ ਨੇਜ਼ਾ ਕਰਦੇ ਨੇ, ਟੰਗ ਦਿੰਦੇ, ਮੁਸਲਮਾਨ ਬਣੇਗੀ ਕਿ ਨਹੀਂ ਬਣਦੀ, ਨਹੀਂ ਬਣਦੀ। ਚੱਪਾ ਰੋਟੀ ਖੰਨੀ, ਰੋਟੀ ਦਾ ਚੌਥਾ ਹਿੱਸਾ, 1 ਕੱਪ ਪਾਣੀ ਦਾ ਅਤੇ ਚੱਪਾ ਰੋਟੀ ਖਾਣ ਨੂੰ ਮਿਲਿਆ ਕਦੇ। 1.25 ਮਣ ਦਾਣੇ ਪੀਣੇ ਪੈਂਦੇ ਸਨ। ਠੀਕ ਹੈ, ਆਪਣੇ ਵਾਹਿਗੁਰੂ ਵਰਗੇ ਪੀ ਗਿਆ, ਈਣ ਨਹੀਂ ਮੰਨੀ, ਆਪਣਾ ਧਰਮ ਨਹੀਂ ਤਿਆਗਿਆ। ਅਸੀਂ ਤਾਂ ਆਪ ਪੈਸੇ ਦੇ ਕੇ ਨਾਈਆਂ ਕੋਲ ਜਾਂਦੇ ਹਾਂ, ਉਹਨੂੰ ਆਪ ਪੈਸੇ ਦਿੰਦੇ। ਬਾਹਰ ਉਹਨਾਂ ਨੇ ਸਟਾਈਲ ਲਾਏ ਹੋਏ ਨੇ ਕਿ ਇਹੋ ਇਸ ਸਟਾਈਲ ਦੇ ਵਾਲ ਕਰਾਉਣੇ, ਇਸ ਦੇ ਕਰਾਉਣੇ, ਇਹਦੇ ਇੰਨੇ ਪੈਸੇ, ਇਸਦੇ ਇੰਨੇ ਪੈਸੇ। ਮੈਂ ਕਈ ਵਾਰੀ ਲੰਘਦਾ ਦੁਕਾਨਾਂ ਕੋਲ, ਬਾਹਰ ਫੋਟੋਆਂ ਲਾਈਆਂ ਹੁੰਦੀਆਂ, ਕਿਹੋ ਜਿਹੇ ਵਾਲ ਕਰਾਉਣੇ।
ਇੱਕ ਮੁੰਡੇ ਨੇ ਕਿਹਾ, ਕਹਿੰਦੇ ਬੜੇ ਮਹਿੰਗਾ ਹੋ ਗਿਆ ਕੰਮ, ਇਹ ਸਸਤਾ ਨਹੀਂ ਹੈ ਕੰਮ, ਇਹ ਕਈ 100 ਰੁਪਏ ਲੈ ਲੈਂਦੇ ਨੇ। ਖੈਰ, ਸੋ ਧੰਨ ਉਹ ਲੋਕ ਸਨ। ਇਸ ਲਈ ਆਪਣਾ ਇਤਿਹਾਸ ਪੜ੍ਹਦੇ ਰਹਿਣਾ ਚਾਹੀਦਾ, ਪ੍ਰੇਰਨਾ ਮਿਲਦੀ ਹੈ ਵੀ ਐਵੇਂ ਛੋਟੀਆਂ ਮੋਟੀਆਂ ਗੱਲਾਂ ਪਿੱਛੇ ਐਵੇਂ ਨਹੀਂ ਧਰਮ ਛੱਡਦੇ ਫਿਰਨਾ। ਸੋ ਗੁਰੂ ਮਹਾਰਾਜ ਕਹਿੰਦੇ, ਦੀਨਾ ਨਾਥ ਸਰਬ ਸੁਖ ਦਾਤਾ, ਪਰਮਾਤਮਾ ਸਾਰੇ ਸੁੱਖਾਂ ਦਾ ਦਾਤਾ ਹੈ। ਨਾਨਕ ਹਰ ਚਰਨੀ ਮਨ ਰਤਾ। ਗੁਰੂ ਮਹਾਰਾਜ ਜਿਹਦਾ ਪਰਮਾਤਮਾ ਦੇ ਚਰਨਾਂ ਨਾਲ ਮਨ ਰੰਗਿਆ ਗਿਆ ਨਾ, ਉਹਨੂੰ ਵੀ ਫਿਰ ਸਾਰੇ ਸੁੱਖ ਮਿਲ ਜਾਣੇ, ਕਿਉਂਕਿ ਪਰਮਾਤਮਾ ਦੇ ਦਾਤੇ ਦੇ ਨਾਲ ਉਹਦਾ ਮਨ ਰੰਗਿਆ ਗਿਆ ਹੈ। ਪਰਮਾਤਮਾ ਜਦੋਂ ਅਸੀਂ ਪਿਆਰੇ ਹੋ ਜਾਵਾਂਗੇ, ਤੁਹਾਡਾ ਬੱਚਾ ਤੁਹਾਨੂੰ ਪਿਆਰਾ, ਮੈਂ ਦੇਖਿਆ, ਤੁਸੀਂ ਤਾਂ ਬੱਚੇ ਵਾਲੇ ਹੋ ਨਾ, ਮੈਂ ਕਈ ਵਾਰੀ ਨੋਟ ਕਰਦਾ, ਕਿਸੇ ਚੀਜ਼ ਦੀ ਬੱਚੇ ਨੇ ਮੰਗ ਨਹੀਂ ਕੀਤੀ, ਪਰ ਤੁਸੀਂ ਬਾਜ਼ਾਰ ਗਏ ਹੋ, ਤੁਹਾਨੂੰ ਕੋਈ ਚੀਜ਼ ਪਸੰਦ ਆ ਗਈ ਹੈ, ਤੁਸੀਂ ਆਪਣੇ ਬੱਚੇ ਲਈ ਖਰੀਦ ਲਿਆਉਂਦੇ ਹੋ, ਹਾਲਾਂਕਿ ਕੋਈ ਮੰਗੀ ਨਹੀਂ, ਕਿਉਂਕਿ ਤੁਹਾਡਾ ਬੱਚੇ ਦਾ ਪਿਆਰ ਹੈ ਵੀ ਅਸੀਂ ਆਪਣੇ ਬੱਚੇ ਲਈ ਲੈ ਚੱਲੀ, ਬਿਨਾਂ ਮੰਗੇ ਲੈਂਦੀ ਚੀਜ਼। ਐਂ ਪਰਮਾਤਮਾ ਆਪਣੇ ਪਿਆਰਿਆਂ ਨੂੰ ਬਿਨਾਂ ਮੰਗੇ ਦੇਈ ਜਾਂਦਾ। ਪਰਮਾਤਮਾ ਦੇ ਪਿਆਰਿਆਂ ਨੂੰ ਪਰਮਾਤਮਾ ਨੂੰ ਮੰਗਣਾ ਨਹੀਂ ਪੈਂਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਸਭ ਜਾਣਦਾ ਹੈ। ਜਿਵੇਂ ਬਹੁਤ ਛੋਟਾ ਬੱਚਾ, ਉਹ ਤਾਂ ਫਿਰ ਜੇ ਭੁੱਖ ਪਿਆਸ ਲੱਗੇ ਨਾ ਰੋਂਦਾ ਉਹ, ਜਿਹੜੀ ਸਿਆਣੀ ਮਾਵਾਂ ਨੂੰ ਉਹਨੂੰ ਵੈਸੇ ਹੀ ਪਤਾ ਲੱਗਦਾ ਵੀ ਟਾਈਮ ਹੋ ਗਿਆ, ਭਾਈ ਆਪਣੇ ਦੁੱਧ ਪਿਲਾ ਦੀ ਜੋ ਕੁਛ ਕਰੀਏ। ਸੋ ਇਸ ਲਈ ਜਿਹਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ, ਰੰਗਿਆ ਗਿਆ, ਉਹ ਤਾਂ ਆਪ ਹੀ ਸੁੱਖਾਂ ਦਾ ਦਾਤਾ ਹੋ ਜਾਂਦਾ ਹੈ। ਅੱਗੇ ਕਹਿੰਦੇ, ਗੌੜੀ ਚੇਤੀ ਮਹਿਲਾ ਪਹਿਲਾ। ਰਾਗ ਦਾ ਨਾਮ ਹੈ ਗੌੜੀ ਚੇਤੀ। ਮਹਿਲਾ ਪਹਿਲਾ ਦਾ ਮਤਲਬ ਗੁਰੂ ਨਾਨਕ ਦੇਵ ਦੀ ਬਾਣੀ। ਅੰਮ੍ਰਿਤ ਕਾਇਆ, ਧਿਆਨ ਦੇਣਾ, ਕਾਇਆ ਪੜ੍ਹੋਗੇ ਤੇ ਫਾਰਸੀ ਦਾ ਸ਼ਬਦ ਹੈ। ਆੜੇ ਨੂੰ ਕੰਨਾ ਬਿੰਦੀ ਲਾ ਕੇ ਕਾਇਆ ਪੜ੍ਹੋਗੇ, ਇਹ ਪੰਜਾਬੀ ਦਾ ਸ਼ਬਦ ਹੈ। ਅਰਥ ਸਰੀਰ, ਮਤਲਬ ਕੀ ਹੈ? ਸਰੀਰ। ਇਹਨੂੰ ਕਾਇਆ ਵੀ ਪੜ੍ਹ ਸਕਦੇ ਹੋ, ਕਾਇਆ ਵੀ ਪੜ੍ਹ ਸਕਦੇ ਹੋ। ਕਾਇਆ ਹਿੰਦੀ ਦਾ ਸ਼ਬਦ ਹੈ, ਫਾਰਸੀ ਦਾ ਨਹੀਂ। ਕਾਇਆ ਹਿੰਦੀ ਦਾ ਸ਼ਬਦ ਹੈ, ਕਾਇਆ ਪੰਜਾਬੀ ਦਾ ਸ਼ਬਦ ਹੈ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜ਼ੀ ਇਹ ਸੰਸਾਰੋ। ਲਾਭ ਲੋਭ ਮੁਝ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਅੰਮ੍ਰਿਤ ਕਾਇਆ ਰਹਿ ਸੁਖਾਲੀ। ਇਹ ਜਿਹੜਾ ਸਰੀਰ ਹੈ, ਕਹਿੰਦੇ ਆਪਣੇ ਵਾਸਤੇ ਮੈਂ ਤਾਂ ਸਦਾ ਹੀ ਰਹਿਣਾ ਇਸ ਭੁਲੇਖੇ 'ਚ। ਅੰਮ੍ਰਿਤ ਵੀ ਮੈਂ ਤਾਂ ਮਰਨਾ ਹੀ ਨਹੀਂ। ਮੌਜਾਂ ਮਾਰਦੇ ਰਹਿ ਸੁਖਾਲੀ, ਮੌਜਾਂ ਮਾਣ ਰਿਹਾ ਵੀ ਮੈਂ ਸਦਾ ਰਹਿਣਾ, ਮੈਂ ਕਿਹੜਾ ਮਰਨਾ, ਮੈਂ ਕਿਹੜਾ ਮਰਨਾ। ਇਤਿਹਾਸ ਦੇ ਵਿੱਚ ਪੜ੍ਹੀਦਾ ਜਿਨ੍ਹਾਂ ਲੋਕਾਂ ਨੇ 10,000 ਸਾਲ ਤਪੱਸਿਆ ਕੀਤੀ, ਉਹਨਾਂ ਨੇ ਜਿਹਨੇ ਕੋਲੋਂ ਲੰਘਣਾ, ਮਹਾਤਮਾ ਜੀ ਕੋਈ ਕੁਟੀਆ ਪਾ ਲਓ, ਝੌਂਪੜੀ ਪਾ ਲਓ, ਕਹਿੰਦੇ ਕੱਲ੍ਹ ਨੂੰ ਤੇ ਮਾਰੀ ਜਾਣੇ, ਝੌਂਪੜੀ ਪਾ ਕੀ ਕਰਨੀ ਹੈ ਨਾ। ਮੋਹ ਹੀ ਕੋਈ ਨਹੀਂ ਚੀਜ਼ਾਂ ਨਾਲ। ਤਿਨਕੇ ਜਿਹੇ ਸਿਰ 'ਤੇ ਰੱਖੇ ਹੋਏ ਨੇ, ਬਸ ਝੌਂਪੜੀ ਉਹ ਨਹੀਂ ਪਾਈ। ਹੁਣ ਠੀਕ ਹੈ, ਉਹਨਾਂ ਦੇ ਮਰਨ ਤੋਂ ਬਾਅਦ ਸ਼ਾਹਬਾਦ ਮਾਰਕੰਡਾ ਦੇ ਉੱਤੇ ਹੁਣ ਮੰਦਿਰ ਬਣਾ ਰਹੇ ਸਾਡੇ ਵਰਗਿਆਂ ਨੇ। ਉਹ ਬਿਨੇ ਝੌਂਪੜੀ ਤੋਂ ਹਿੰਦੂ ਧਰਮ 'ਚ ਲਿਖਿਆ ਵੀ 10,000 ਸਾਲ ਮਾਰਕੰਡਾ ਰਿਸ਼ੀ, ਮਾਰਕੰਡੇ ਦਰਿਆ 'ਤੇ ਰਹਿਣ ਕਰਕੇ ਉਹਦਾ ਨਾਂ ਹੀ ਮਾਰਕੰਡਾ ਰਿਸ਼ੀ ਹੋ ਗਿਆ। 10,000 ਸਾਲ ਤਪੱਸਿਆ ਕਰਦਾ, ਝੌਂਪੜੀ ਵੀ ਨਹੀਂ ਪਾਈ। ਜੇ ਉਹ ਕਹਿੰਦੇ ਕੱਲ੍ਹ ਨੂੰ ਤਾਂ ਮਾਰੀ ਜਾਣਾ, ਝੌਂਪੜੀ ਪਾ ਕੇ ਕਰ ਹੈ ਹੀ ਨਹੀਂ, ਕੋਈ ਮੋਹ ਹੀ ਖਤਮ। ਸੋ ਇਹ ਜਿਹੜਾ ਸਰੀਰ ਸਮਝਦਾ ਬਸ ਮੈਂ ਤਾਂ ਸਦਾ ਹੀ ਰਹਿਣਾ, ਇਸ ਲਈ ਸੁੱਖ ਮਾਣ ਰਿਹਾ ਹੈ। ਖਾਓ ਪੀਓ ਮੌਜ ਕਰੋ। ਇੱਕ ਬੰਦਾ ਦੂਜੇ ਨੂੰ ਕਹਿੰਦਾ ਵੀ ਤੁਹਾਡੇ ਜੀ ਅੰਕਲ ਜੀ ਇਹ ਢਿੱਡ ਵੱਧ ਰਿਹਾ ਹੈ। ਕਹਿੰਦਾ ਦੇਖ, ਤੈਨੂੰ ਪਤਾ ਹੈ ਮੈਂ ਪਹਿਲਾਂ ਗਰੀਬ ਹੁੰਦਾ ਸੀ, ਮੇਰੇ ਕੋਲ ਸਾਈਕਲ ਹੁੰਦਾ ਸੀ,
ਹੁਣ ਪ੍ਰਮਾਤਮਾ ਮੈਨੂੰ ਕੋਠੀ ਦਿੱਤੀ ਹੈ, ਕਾਰ ਦਿੱਤੀ ਹੈ, ਖਾਣ ਪੀਣ ਪਹਿਨ ਵਧੀਆ, ਕਿਉਂ ਨਾ ਮੈਂ ਖਾਵਾਂ ਪੀਵਾਂ, ਹੁਣ ਤਾਂ ਐਸ਼ ਕਰ ਲਵਾਂ। ਐਸ਼ ਕਰਨ ਤੋਂ ਇਹ ਨਹੀਂ ਮਤਲਬ ਕਿ ਤੁਸੀਂ ਇੰਨਾ ਖਾਓ ਪੀਓ ਤੁਹਾਡੇ ਢਿੱਡ ਹੀ ਏਡੇ ਵੱਜੇ ਵੱਡੇ ਹੋ ਜਾਣੇ ਤੁਹਾਨੂੰ ਗੋਡੇ ਹੀ ਨਾ ਦਿਸਣ। ਮੈਂ ਇੱਕ ਐਸਾ ਬੰਦਾ ਵੀ ਦੇਖਿਆ ਜੀ, ਕਦੇ ਮੈਨੂੰ ਤਾਂ ਆਪਣੇ ਕਦੇ ਗੋਡੇ ਹੀ ਨਹੀਂ ਦਿਸੇ ਜੀ, ਐਡਾ ਵੱਡਾ ਢਿੱਡ ਸੀ ਉਹਦਾ, ਗੋਡੇ ਹੀ ਨਹੀਂ ਦਿਸਦੇ ਚੁੱਕਿਆ। ਪਤਾ ਕੀ ਹੈ, ਆਜ਼ਾਦ ਸਿੰਘ ਦਾ ਲੜਕਾ ਪਿੱਛੇ ਜਿਹਾ ਆਇਆ ਅਮਰੀਕਾ ਦਾ ਨਾ ਕਨੇਡਾ ਤੋਂ, ਉਹਨੇ ਮੈਨੂੰ ਇੱਕ ਗੱਲ ਬੜੀ ਵਧੀਆ ਦੱਸੀ। ਕਹਿੰਦੇ ਬਾਬਾ ਜੀ ਇਹ ਮੋਢੇ ਕਿਉਂ ਬੰਦੇ ਦੁਖਦੇ ਨੇ, ਸਾਡੇ ਜਿਹੜੇ ਡੌਲੇ ਨੇ ਇਹ ਕਮਜ਼ੋਰ ਹੋ ਜਾਂਦੇ, ਡੌਲਿਆਂ ਨੇ ਭਾਰ ਚੱਕਣਾ ਸੀ, ਉਹ ਹੋ ਗਏ ਕਮਜ਼ੋਰ, ਭਾਰ ਪੈ ਗਿਆ ਹੁਣ ਮੋਢਿਆਂ 'ਤੇ, ਇਸ ਲਈ ਮੋਢੇ ਦੁਖਦੇ ਨੇ। ਸਰੀਰ ਦਾ ਭਾਰ ਚੱਕਣਾ ਪੱਟਾਂ ਨੇ, ਜਦੋਂ ਪੱਟ ਦੀ ਮਸਲ ਕਮਜ਼ੋਰ ਹੋ ਜਾਂਦੇ ਨੇ ਤਾਂ ਇਹ ਭਾਰ ਨਹੀਂ ਸਰੀਰ ਦਾ ਚੱਕਦੇ, ਸਾਰਾ ਭਾਰ ਗੋਡਿਆਂ 'ਤੇ ਆ ਪੈਂਦਾ, ਦੁਖਣ ਲੱਗ ਜਾਂਦੇ ਨੇ। ਇਹ ਕਹਿੰਦੇ ਜਿਹੜੇ ਬੱਚੇ ਜਿਮ ਕਰਦੇ ਨੇ ਤੁਸੀਂ ਕਦੇ ਵੀ ਦੇਖ ਲਓ, ਉਹਨਾਂ ਦੇ ਡੌਲਿਆਂ ਵੱਲ ਵੇਖੋ ਕਿੰਨੇ ਮਜ਼ਬੂਤ ਡੌਲੇ ਹੁੰਦੇ ਨੇ, ਸਵਾਲ ਹੀ ਪੈਦਾ ਉਹਨਾਂ ਦਾ ਕਦੇ ਮੋਢਾ ਦੁੱਖ ਜੇ। ਜਿਹੜੇ ਲੋਕ ਡੰਡ ਬੈਠਕਾਂ ਲਾਉਂਦੇ ਨੇ ਉਹਨਾਂ ਦੇ ਪੱਟ ਬੜੇ ਪਹਿਲਵਾਨਾਂ ਦੇ ਪੱਟ ਦੇਖਿਆ ਕਰਦੇ ਕਿੰਨੇ ਹੁੰਦੇ ਮਜ਼ਬੂਤ, ਸਵਾਲ ਹੀ ਪੈਦਾ ਨੇ। ਜਦੋਂ ਪਹਿਲਵਾਨੀ ਛੱਡ ਐਕਸਰਸਾਈਜ਼ ਛੱਡ ਜਾਂਦੇ ਉਦੋਂ ਭਾਵੇਂ ਉਹਨਾਂ ਦੇ ਬਾਅਦ ਗੋਡੇ ਦੁਖ, ਨਹੀਂ ਤਾਂ ਗੋਡੇ ਦੁਖਦੇ। ਕਹਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਮੋਢੇ ਗੋਡੇ ਨਾ ਦੁਖਣ, ਇੱਕ ਹੁੰਦਾ ਡੰਡ ਪੈ ਸਿੱਟ ਸਟੈਂਡ ਕਰਦੇ ਕਿ ਨਹੀਂ, ਜਦ ਪੀਟੀ ਮਾਸਟਰ ਕਰਾਉਂਦਾ ਸੀ ਕਿ ਨਹੀਂ, ਉਦੋਂ ਬੱਚੇ ਨੂੰ ਬੜਾ ਔਖਾ ਲੱਗਦਾ ਵੀ ਆ ਕੀ ਹੈ ਵਕਤ ਘੜਾ, ਬੜਾ ਲਾਭਦਾਇਕ ਹੁੰਦਾ ਹੈ। ਤੁਸੀਂ 50-60 ਵਾਰੀ ਰੋਜ਼ ਸਿੱਟ ਸਟੈਂਡ ਕਰਦੇ ਰਹੋ। ਹੁਣ ਤਾਂ ਇਹ ਹਾਲ ਹੋ ਗਿਆ, ਜੇ ਤੁਸੀਂ ਪੈਰਾਂ ਪਰ ਬਹਿ ਜਾਓ ਨਾ, ਹੱਥ ਪਾਏ ਬਿਨਾਂ ਉੱਠ ਨਹੀਂ ਹੁੰਦਾ ਤੁਹਾਡੇ ਤੋਂ। ਦੇਖ ਲਿਓ ਕਦੇ ਪੈਰਾਂ ਪਰ ਬਹਿ ਕੇ, ਪੈਰਾਂ ਪਰ ਬਹਿ ਜਾਓ ਫਿਰ ਉੱਠਿਓ ਨਾ, ਹੱਥ ਲਾ ਕੇ ਉੱਠੋਗੇ, ਉਂਝ ਨਹੀਂ ਉੱਠ ਸਕਦੇ। ਇਸ ਲਈ ਬੀਬੀਆਂ ਕਿ ਹੁਣ ਖੜ ਕੇ ਜਿਹੜਾ ਹੈ ਪੋਚਾ ਫੇਰਦੀਆਂ ਨੇ, ਕਿਉਂ ਜੇ ਬਹਿ ਗਈਆਂ ਫਿਰ ਉੱਠ ਨਹੀਂ ਹੋਣਾ। ਕਿਉਂ ਨਹੀਂ ਉੱਠ ਹੁੰਦਾ, ਕਿਉਂਕਿ ਪੱਟੀ ਕਮਜ਼ੋਰ ਹੋ ਗਏ ਨੇ। ਇਹ ਜਦੋਂ ਆਪਾਂ ਸਿੱਟ ਸਟੈਂਡ ਕਰਦੇ ਰਹਿੰਦੇ ਹਾਂ, ਸਾਡੇ ਪੱਟ ਮਜ਼ਬੂਤ ਹੁੰਦੇ ਨੇ। ਜਿੰਨੇ ਪੱਟ ਜ਼ਿਆਦਾ ਮਜ਼ਬੂਤ ਹੋਣਗੇ ਉਨੇ ਗੋਡੇ ਨਹੀਂ ਦੁਖਣਗੇ। ਇੱਕ ਜਿਹੜਾ ਉਹ ਲੰਮਿਆਂ ਪਾ ਕੇ ਡਾਂਡੀ ਕੱਢਦੇ ਨੇ ਉਹ ਉਸ ਤਰ੍ਹਾਂ, ਹਾਂ ਇਸ ਧਰਤੀ ਦੇ ਦੋਨੋਂ ਹੱਥ ਲਾ ਕੇ ਸਕਦਾ, ਉਹਦੇ ਨਾਲ ਫਿਰ ਡੌਲੇ ਮਜ਼ਬੂਤ ਹੁੰਦੇ ਨੇ। ਜੋ ਡੌਲੇ ਮਜ਼ਬੂਤ ਹੋਣਗੇ ਫਿਰ ਕਹਿੰਦੇ ਬਾਬਾ ਤੁਹਾਡੇ ਨਾਲ ਡੌਲੇ ਕਮਜ਼ੋਰ ਹੋ ਗਏ, ਇਸ ਲਈ ਤੁਹਾਡੇ ਮੋਢੇ ਦੁਖਦੇ ਨੇ। ਅੱਜ ਮੈਂ ਫਿਜ਼ੀਓਥੈਰੇਪੀ ਵਾਲੇ ਕਹਿੰਦੇ ਬਿਲਕੁਲ ਠੀਕ ਉਸ ਬੱਚੇ ਨੇ ਕਿਹਾ, ਉਸ ਬੱਚੇ ਜੋ ਤੁਹਾਨੂੰ ਕਿਹਾ ਬਿਲਕੁਲ ਠੀਕ ਕਿਹਾ। ਇਹੀ ਕਾਰਨ ਹੈ ਕਿ ਲੋਕ ਇਹ ਦੋਨੋਂ ਐਕਸਰਸਾਈਜ਼ਾਂ ਛੱਡ ਗਏ ਨੇ। ਸੈਰ ਤੇ ਕਰਦੇ ਨੇ ਪਰ ਡੰਡ ਬੈਠਕਾਂ ਨਹੀਂ ਲਾਉਂਦੇ। ਉਹ ਇਹ ਜਿਹੜੀ ਡੰਡ ਬੈਠਕਾਂ ਨੇ ਕਹਿੰਦੇ ਜ਼ਰੂਰ ਲਾਉਣੀ ਚਾਹੀਦੀਆਂ ਨੇ, ਉਹਦੇ ਨਾਲ ਫਿਰ ਦੋਨੋਂ ਚੀਜ਼ਾਂ ਮਜ਼ਬੂਤ ਹੁੰਦੀਆਂ। ਅਤੇ ਅੱਜ ਮੈਂ ਦੇਖਿਆ ਸਭ ਤੋਂ ਵੱਡੀ ਬਿਮਾਰੀ ਜਿਹੜੀ ਹੁਣ ਚੱਲ ਪਈ ਹੈ, ਇਹ ਗੋਡਿਆਂ ਦੀ ਬਹੁਤੀ ਚੱਲ ਪਈ ਹੈ। ਡਾਕਟਰਾਂ ਕੋਲ ਜਾਓ ਸਿੱਧੇ ਕਹਿੰਦੇ ਹਾਂਜੀ ਗੋਡੇ ਬਦਲਾਓ, ਲਿਆਓ ਜੀ 3.5 ਲੱਖ, ਲਿਆਓ 4 ਲੱਖ ਬਦਲਾਓ ਜੀ। ਸੋ ਜਿੰਨਾ ਯੰਗ ਤਬਕਾ ਬੈਠਾ, ਇਹਨਾਂ ਨੂੰ ਮੇਰੀ ਜ਼ਰੂਰ ਬੇਨਤੀ ਹੈ ਵੀ ਅਭਿਆਸ ਕਰਿਆ ਕਰੋ। 100 ਵਾਰੀ ਜਿਵੇਂ ਰੱਸੀ ਟੱਪੀ ਦੇ ਸਕਿਪਿੰਗ ਕਰੋ ਉਹਨੂੰ, ਚਲੋ ਰੱਸੀ ਨਾ ਵੀ ਫੜੋ, ਇਹ ਤਾਂ ਟੱਪੀ ਜਾਓ। ਉਹ ਬਹੁਤ ਜ਼ਬਰਦਸਤ ਐਕਸਰਸਾਈਜ਼ ਹੈ। ਜਿਹੜੀ ਲੜਕੀ ਰੱਸੀ ਟੱਪਦੀ ਰਹੇ ਉਹ ਕਦੇ ਬਾਂਝ ਨਹੀਂ ਹੁੰਦੀ, ਹਾਂ ਦਾਅਵਾ ਹੈ। ਜਿਹੜੀ ਲੜਕੀ ਰੱਸੀ ਟੱਪਦੀ ਰਹਿੰਦੀ ਹੈ ਨਾ, ਉਹ ਬਾਂਝ ਨਹੀਂ ਹੁੰਦੀ। ਅੱਜ ਕੱਲ੍ਹ ਬਹੁਤ ਔਰਤਾਂ ਬਾਂਝ ਹੋਣੀ ਸ਼ੁਰੂ ਹੋ ਗਈਆਂ ਨੇ। ਸੋ ਮੈਂ ਰੋਕ ਕੇ ਤਾਂ ਕਿਹਾ ਵੀ ਚਲੋ ਹੋ ਸਕਦਾ ਸਾਡੇ ਤੋਂ ਹੁਣ ਡੰਡ ਬੈਠਕਾਂ ਉਮਰ ਜ਼ਿਆਦਾ ਹੋ ਗਈ ਨਾ ਲੱਗਣ, ਪਰ ਮੈਂ ਰੱਸੀ ਜ਼ਰੂਰ ਟੱਪਦਾ। ਰੱਸੀ ਨਹੀਂ ਮੈਂ ਉਂਝ ਹੀ ਟੱਪਦਾ, 50 ਵਾਰੀ 60 ਵਾਰੀ ਦਿਨ 'ਚ, ਕਈ ਵਾਰੀ 2 ਵਾਰੀ 50 ਵਾਰੀ ਸਵੇਰੇ ਟੱਪ ਲਿਆ, 50 ਵਾਰੀ ਸ਼ਾਮ ਨੂੰ ਟੱਪ ਲਿਆ, ਤਾਂ ਜੋ ਇਹ ਜਿਹੜਾ ਕੋਈ ਸਰੀਰ ਜਿਹੜਾ ਕਿਉਂ ਫਿਰ ਉਹਦੇ ਨਾਲ ਸਾਰਾ ਸਰੀਰ ਹਿਲਦਾ, ਐਕਸਰਸਾਈਜ਼ ਹੁੰਦੀ ਹੈ। ਭਜਨ ਬੰਦਗੀ ਕਰਨ ਵਾਲੇ ਤਾਂ ਬਹੁਤ ਹੀ ਸਗੋਂ ਤੰਦਰੁਸਤੀ ਦੀ ਲੋੜ ਹੈ, ਕਿਉਂਕਿ ਉਹਨੇ ਘੰਟਿਆਂ ਬੱਧੀ ਬੈਠ ਕੇ ਭਜਨ ਬੰਦਗੀ ਕਰਨੀ ਹੁੰਦੀ ਹੈ। ਸੋ ਜਿੱਥੇ ਅਸੀਂ ਭਜਨ ਬੰਦਗੀ ਕਰਨੀ ਉੱਥੇ ਆਪਣੇ ਸਰੀਰ ਦਾ ਵੀ ਖਿਆਲ ਰੱਖਣਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਹੇ ਕਾਇਆ ਤੂੰ ਆਪਣੇ ਆਪ ਨੂੰ ਅਮਰ ਸਮਝਦੀ ਹੈ, ਇਸ ਲਈ ਸੌਖੀ ਰਹਿ ਰਹੀ, ਤੂੰ ਖਾ ਪੀ ਰਹੀ ਹੈ, ਮੌਜ ਕਰ ਰਹੀ ਹੈ, ਵੀ ਉਹ ਆਪਾਂ ਕਿਹੜਾ ਮਰਨਾ, ਅਜੇ ਬੜੇ ਸਾਲ ਜਿਉਣਾ ਹੈ।
ਬਾਜ਼ੀ ਇਹ ਸੰਸਾਰ, ਪਰ ਇਹ ਸੰਸਾਰ 'ਤੇ ਇੱਕ ਖੇਲ ਹੈ, ਖੇਡ ਹੈ। 100 ਕੋਈ 60 ਮਿੰਟ ਦੀ ਖੇਡ ਹੈ, ਕੋਈ 75 ਮਿੰਟ ਦੀ ਖੇਡ ਹੈ, ਖੇਡ ਖਤਮ ਹੋ ਜਾਣੀ ਬਸ। ਲਾਭ ਲੋਭ ਮੁੱਚ ਕੂੜ ਕਮਾਵੇਂ, ਬਹੁਤ ਉਠਾਵੇਂ ਭਾਰੋ। ਕਹਿੰਦੇ ਤੂੰ ਲਾਲਚ ਕਰਦੀ ਹੈ, ਮੁੱਚ ਬਹੁਤ ਜ਼ਿਆਦਾ, ਬਹੁਤ ਲਾਲਚੀ ਹੈ ਤੂੰ। ਕੂੜ ਕਮਾਵੇਂ, ਝੂਠ ਬੋਲ ਬੋਲ ਕੇ ਤੂੰ ਕਮਾਈ ਕਰਦੀ ਹੈ। ਬਹੁਤ ਉਠਾਵੇਂ ਭਾਰੋ, ਪਾਪਾਂ ਦਾ ਬਹੁਤ ਭਾਰ ਤੂੰ ਚੁੱਕਿਆ ਹੋਇਆ ਹੈ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਧਰ ਮੈਨੇ ਧਰਤੀ, ਛਾਰੋ ਮੈਨੇ ਮਿੱਟੀ। ਜਿਵੇਂ ਧਰਤੀ 'ਤੇ ਮਿੱਟੀ ਉੱਡਦੀ ਹੈ ਨਾ, ਇਹ ਸਰੀਰ ਜਦੋਂ ਤੇਰੇ ਵਿੱਚੋਂ ਇਹ ਨਿਕਲ ਜਾਣੀ ਜਾਣ, ਤੂੰ ਵੀ ਧਰਤੀ 'ਤੇ ਹੀ ਰੁਲਣਾ ਜੇ ਮਿੱਟੀ ਰੁਲਦੀ ਹੈ। ਇਸ ਲਈ ਕਹਿੰਦੇ ਤੂੰ ਨਾਮ ਜਪ ਲੈ, ਤੂੰ ਇਹ ਨਾ ਸਮਝ ਤੂੰ ਸਦਾ ਰਹਿਣਾ ਹੈ। ਕੋਈ ਪਤਾ ਨਹੀਂ ਕਿਸ ਵੇਲੇ ਸੁਨੇਹਾ ਆ ਜਾਏ। ਜਦੋਂ ਗੁਰਬਾਣੀ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਦਮ ਸੁਆਸ, ਸੁਆਸ ਆ ਗਿਆ ਜਿਉਣੀ ਹੈ, ਸਾਹ ਬਾਹਰ ਨਿਕਲਿਆ, ਬਾਹਰ ਗਿਆ, ਅੰਦਰ ਹੀ ਨਹੀਂ ਵਾਪਸ ਆ ਗਏ, ਬਸ ਖਤਮ ਕੰਮ। ਸਾਹ ਸਾਡਾ 7 ਇੰਚ ਬਾਹਰ ਨਿਕਲਦਾ ਹੈ। ਜੇ ਤੇ ਮੁੜ ਕੇ ਆ ਗਿਆ ਤਾਂ ਜਿਉਂਦੇ, ਤੇ ਜੇ ਬਾਹਰ ਰਹਿ ਗਿਆ ਤਾਂ ਬਾਹਰ ਹੀ ਰਹਿ ਗਿਆ, ਖਤਮ। ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਇਸ ਤੋਂ 100 ਸਾਲ ਜਿਉਣਾ, 90 ਸਾਲ ਜਿਉਣਾ, 50 ਨਹੀਂ ਕਰਨਾ। ਸਰਕਾਰਾਂ ਵੀ ਇਹ ਸੋਚ ਕੇ ਅਸੀਂ 5 ਸਾਲ ਹੀ ਰਹਿਣੇ, ਇਹ ਸਿਰਫ 5 ਈਅਰ ਪਲੈਨ ਹੀ ਬਣਾਉਂਦੀਆਂ ਨੇ, ਇਸ ਤੋਂ 5 ਸਾਲ ਹੀ ਰਹਿਣ। ਉਹ 50-60 ਸਾਲ ਦੀ ਕੋਈ ਸਕੀਮਾਂ ਨਹੀਂ ਬਣਾਉਂਦੇ। ਸੁਣ ਸੁਣ ਸਿੱਖ ਹਮਾਰੀ, ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਹੁੜ ਨਾ ਆਵੇ ਵਾਰੀ। ਸੁਣ ਸੁਣ ਸਿੱਖ, ਸਿੱਖ ਮੈਨੇ ਸਿੱਖਿਆ। ਹੇ ਕਾਇਆ ਤੂੰ ਸਾਡੀ ਸਿੱਖਿਆ ਸੁਣ। ਸੁਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ। ਸੁਕਿਰਤ ਹੁੰਦਾ ਚੰਗੇ ਸ਼ੁਭ ਕੰਮ, ਕ੍ਰਿਤ ਕੰਮ ਨੂੰ ਕਹਿੰਦੇ ਨੇ। ਸੁਕ੍ਰਿਤ ਹਿੰਦੀ ਦਾ ਚੰਗੇ ਕੰਮ, ਜਿਹੜੇ ਸ਼ੁਭ ਕਰਮ ਕਰੇਂਗੇ ਤੂੰ ਨਾ, ਉਹੀ ਸਦਾ ਰਹਿਣੇ ਨੇ। ਬਹੁੜ ਨਾ ਆਵੇ ਵਾਰੀ, ਫਿਰ ਤੈਨੂੰ ਦੁਬਾਰਾ ਜਨਮ ਲੈਣ ਦੀ ਲੋੜ ਹੀ ਨਹੀਂ ਪੈਣੀ। ਤੂੰ ਸ਼ੁਭ ਕਰਮ ਕਰ, ਨਾਮ ਜਪ, ਤਾਂ ਜੋ ਤੈਨੂੰ ਦੁਬਾਰਾ ਜਨਮ ਹੀ ਨਾ ਲੈਣਾ ਪਵੇ। ਰਹਾ ਹਾਂ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਨਿੰਦਾ ਚਿੰਤਾ ਕਰੇ ਪਰਾਈ, ਝੂਠੀ ਲਾ ਇਤਬਾਰੀ। ਇਹਨੂੰ ਲਾ ਇਤਬਾਰੀ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ। ਲਾ ਇਤਬਾਰੀ ਚੁਗਲੀ ਨੂੰ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਇਹ ਬਿਮਾਰੀ ਲਾ ਇਲਾਜ ਹੈ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਲਾ ਇਤਬਾਰੀ, ਤੂੰ ਝੂਠੀਆਂ ਚੁਗਲੀਆਂ ਲਾਉਂਦੇ, ਕਾਲਾ ਫਲਾਣਾ ਜੀ ਬੜਾ ਚੁਗਲਖੋਰ ਹੈ, ਲਾ ਇਤਬਾਰ ਹੈ। ਉਸ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਇਤਬਾਰ ਦਾ ਵਿਸ਼ਵਾਸ, ਫਾਰਸੀ ਦਾ ਸ਼ਬਦ। ਆਲਾ ਕਹਿੰਦੇ ਨਾ, ਇਸ ਬੰਦੇ 'ਤੇ ਕੋਈ ਇਤਬਾਰ ਨਹੀਂ ਕੀਤਾ ਜਾ, ਕੋਈ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਝੂਠਾ ਹੈ। ਨਿੰਦਾ ਚਿੰਤਾ ਕਰਹਿ ਪਰਾਈ, ਝੂਠੀ ਲਾ ਇਤਬਾਰੀ। ਵੇਲ ਪਰਾਈ ਜੋਹੇ ਜੀੜੇ, ਕਰਹਿ ਚੋਰੀ ਬੁਰਿਆਰੀ। ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈਏ ਨਾਰੀ। ਕਾਇਆ ਨੂੰ ਕਹਿ ਰਹੇ ਨੇ, ਹਾਂ ਤੂੰ ਦਾ ਅੱਖਾਂ ਮੇਰੀ ਕਾਇਆ, ਹੈ ਮੇਰੀ ਕਾਇਆ, ਹੈ ਮੇਰੇ ਸਰੀਰ। ਮੈਂ ਤੈਨੂੰ ਕਹਿਣਾ ਤੂੰ ਸੁਣ ਸਿੱਖ ਹਮਾਰੀ, ਤੂੰ ਸਾਡੀ ਸਿੱਖਿਆ ਸੁਣ। ਨਿੰਦਾ ਚਿੰਤਾ ਕਰੇ ਪਰਾਈ, ਤੂੰ ਬਗਾਨਿਆਂ ਦੀ ਨਿੰਦਿਆ ਕਰਦੀ ਰਹਿੰਦੀ ਹੈ। ਝੂਠੀ ਲਾਤ, ਝੂਠੀਆਂ ਚੁਗਲੀਆਂ ਕਰਦੀ ਰਹਿੰਦੀ ਹੈ, ਝੂਠੇ ਦੋਸ਼ ਲੋਕ ਲਾਉਂਦੇ ਰਹਿੰਦੇ ਨੇ। ਵੇਲ ਪਰਾਈ ਜੋਹੇ ਜੀੜੇ, ਹੇ ਸਰੀਰਾ ਹੇ ਜਿੰਦੇ। ਵੇਲ ਪਰਾਈ ਬਗਾਨੀ ਜਨਾਨੀ, ਤੂੰ ਬਗਾਨੀਆਂ ਜਨਾਨੀਆਂ ਵੱਲ ਵੇਖਦਾ ਰਹਿਣਾ, ਆਪਣੀ ਹੁੰਦੀ ਹੈ। ਕਈ ਮੇਰੇ ਕੋਲ ਮੈਂ ਦੇਖੋ ਭਰਾਵੋ, ਅੱਜ ਕੱਲ੍ਹ ਹੈ ਕਲਯੁਗ। ਕਈ ਬੀਬੀਆਂ ਜਿਹੜੀਆਂ ਬੀਬੀਆਂ ਤਾਂ ਦੋਸ਼ ਲਾਉਂਦੀਆਂ ਆਪਣੇ ਪਤੀਆਂ 'ਤੇ, ਮੇਰਾ ਪਤੀ ਇਹੋ ਜਿਹਾ ਹੀ। ਮੈਂ ਇੱਕ ਗੱਲ ਹੋਰ ਨੋਟ ਕੀਤੀ ਹੈ, ਪਤੀ ਨਹੀਂ ਕਹਿੰਦੇ ਮੇਰੀ ਘਰ ਵਾਲੀ ਇਹੋ ਜਿਹੀ। ਜਾਂ ਤਾਂ ਉਹਨੂੰ ਸੰਗ ਲੱਗਦੀ ਹੈ, ਜਾਂ ਉਹ ਬੁਰਾਈ ਨੂੰ ਛੁਪਾ ਕੇ ਰੱਖਣ। ਕੋਈ ਜਨਾਨੀਆਂ ਦੇ ਛੱਜ ਪਾ ਕੇ ਛੱਡਦੀਆਂ ਨੇ,
ਮੇਰਾ ਘਰ ਬਣਾਉਣ ਜਿਹਨੇ ਵਰਗਾ ਮੇਰਾ ਘਰ ਫਲਾਣਾ ਜੀ ਮਰ ਬੰਦਾ ਮੇਰੇ ਕੋਲ ਇੰਨੇ ਸਾਲਾਂ 'ਚ ਕੋਈ ਨਹੀਂ ਆਇਆ ਵੀ ਮੇਰੀ ਜਨਾਨੀ ਮਗਰਲੇ ਫਲਾਣੇ ਬੰਦੇ ਕੋਲ ਜਾਂਦੀ ਹੈ। ਜਾਂਦੀਆਂ ਹੈਗੀਆਂ, ਇਹ ਨਹੀਂ ਹੈ, ਪਰ ਨਹੀਂ, ਬੰਦਾ ਫਿਰ ਬਹੁਤ ਦੂਰ ਦੀ ਸੋਚਦਾ ਹੈ। ਖੈਰ, ਵੇਲ ਪਰਾਈ, ਮੈਂ ਉਹਨੇ ਕਿਹਾ ਦੇਖੋ ਇਹ ਕਲਯੁੱਗ ਹੈ। ਕਲਯੁੱਗ ਇੱਕ ਘਰ ਵਾਲੀ ਹੁੰਦੀ ਹੈ, ਇੱਕ ਪ੍ਰੇਮਿਕਾ ਹੁੰਦੀ ਹੈ। ਕਲਯੁੱਗ ਦੇ ਇੱਕ ਪਤੀ ਹੁੰਦਾ, ਇੱਕ ਪ੍ਰੇਮੀ ਹੁੰਦਾ, ਐਂ ਚੱਲਦਾ। ਇਹ ਐਂ ਚੱਲਣਾ। ਪਹਿਲਾਂ ਥੋੜ੍ਹਾ ਸੀ, ਹੁਣ ਬਹੁਤਾ ਹੋ ਗਿਆ, ਬਸ ਇੰਨਾ ਹੀ ਹੈ। ਇਸ ਲਈ ਔਖੇ ਸੌਖੇ ਬੜਾ ਟਾਈਮ ਕੱਟ ਲਓ। ਬਹੁਤੇ ਪਾਠ ਲੈ ਜਾਓ ਭਾਈ, ਦੇ ਦੇਣਾ ਤੁਹਾਨੂੰ ਪਾਠ। ਇਹ ਤਾਂ ਹੁਣ ਐਡਜਸਟਮੈਂਟ ਕਰਨੀ ਪੈਣੀ ਹੈ, ਇਹ ਸੱਚ ਹੈ। ਕਿਹਦਾ ਪਤਾ ਲੱਗ ਗਿਆ, ਕਿਹਦਾ ਨਹੀਂ ਪਤਾ ਲੱਗਾ, ਹੋਰ ਕੀ। ਵੇਲ ਪਰਾਈ ਜੋਹੇ ਜੀੜੇ ਕਰਹਿ ਚੋਰੀ ਬਰਿਆਰੀ। ਤੂੰ ਬਗਾਨੀਆਂ ਜਨਾਨੀਆਂ ਵੱਲ ਵੇਖਦਾ ਹੈ, ਚੋਰੀਆਂ ਕਰਦਾ, ਬੁਰੇ ਕੰਮ ਕਰਦਾ ਹੈ। ਹੰਸ ਚੱਲਿਆ, ਤੂੰ ਪਿੱਛੇ ਰਹੀ। ਹੰਸ ਦੇ ਜੀਵ ਆਤਮਾ ਜਿਹੜੇ ਵਿੱਚ ਹੈ, ਜਿਹਦੇ ਕਰਕੇ ਸਰੀਰ ਚੱਲਦਾ ਹੈ। ਜਦੋਂ ਇਹ ਜੀਵ ਆਤਮਾ ਤੇਰੇ ਵਿੱਚੋਂ ਨਿਕਲ ਜਾਏਗੀ, ਪਿੱਛੇ ਰਹੀ, ਤੂੰ ਫਿਰ ਪਿੱਛੇ ਰਹਿ ਜਾਏਗੀ ਇਕੱਲੀ। ਛੁੱਟੜ ਹੋਈਆਂ ਨਾਰੀ, ਤੇ ਤੇਰੀ ਉਹ ਹਾਲਤ ਹੋ ਜਾਏਗੀ ਕਿ ਜਿਸ ਦੇ ਪਤੀ ਨੇ ਜਨਾਨੀ ਛੱਡ ਦਿੱਤੀ ਹੋਵੇ। ਛੁੱਟੜਾ ਔਰਤ ਆਪਾਂ ਉਸ ਨੂੰ ਕਹਿੰਦੇ ਹਾਂ, ਹੈ ਤੇ ਵਿਆਹੀ ਹੋਈ ਪਰ ਪਤੀ ਨੇ ਉਹਨੂੰ ਛੱਡ ਦਿੱਤਾ ਹੈ। ਤੇਰਾ ਉਹ ਹਾਲ ਹੋਣਾ ਜਿਹੜੀ ਛੁੱਟੜ ਔਰਤ ਦਾ ਹੁੰਦਾ ਹੈ, ਕਿਉਂਕਿ ਤੇਰੀ ਜਿਹੜੀ ਹੋਂਦ ਹੈ ਇਹ ਤੇ ਅੰਦਰ ਜੀਵ ਆਤਮਾ ਜਿਹੜੀ ਹੈ ਉਹਦੇ ਕਾਰਨ ਹੈ। ਇਸ ਲਈ ਸਮਝਾਇਆ ਉਹਨੂੰ ਕਿ ਭਾਈ ਹੇ ਸਰੀਰਾ, ਜਿਵੇਂ ਤੀਸਰੇ ਪਾਤਸ਼ਾਹ ਨੇ ਵਿਸਾਰੇ ਲਿਖਿਆ, ਇਹ ਸਰੀਰਾ ਮੇਰੇ ਇਸ ਜੱਗ ਮੇਂ ਆਏ ਕਿ ਕਿਆ ਤੁਧ ਕਰਮ ਕਮਾਇਆ। ਸਮਝਾਇਆ। ਅੱਖਾਂ ਨੂੰ ਕਿਹਾ, ਨੇਤਰਾਂ ਨੂੰ, ਕੰਨਾਂ ਨੂੰ ਕਿਹਾ, ਜੀਭ ਨੂੰ ਕਿਹਾ, ਸਾਰੇ ਅੰਗਾਂ ਨੂੰ, ਹੱਥਾਂ ਨੂੰ, ਪੈਰਾਂ ਨੂੰ, ਸਭ ਵੀ ਤੁਹਾਨੂੰ ਕਿਹੜੇ ਕੰਮ ਭੇਜਿਆ ਸੀ, ਤੁਸੀਂ ਕਿਹੜੇ ਕੰਮ ਕਰਦੇ ਰਹੇ ਹੋ। ਅੱਖਾਂ ਨੂੰ ਭੇਜਿਆ ਸੀ ਤੂੰ ਸਭ ਦੇ ਵਿੱਚ ਪਰਮਾਤਮਾ ਵੇਖਣਾ। ਧਰਮ ਅਨੁਸਾਰ ਪਰਮਾਤਮਾ ਨੇ ਅੱਖਾਂ ਇਸ ਲਾਈਆਂ ਕਿ ਤੂੰ ਸਭ ਦੇ ਵਿੱਚ ਪਰਮਾਤਮਾ ਨੂੰ ਵੇਖਣਾ ਹੈ। ਪਰਮਾਤਮਾ ਤੋਂ ਬਿਨਾਂ ਤੈਨੂੰ ਹੋਰ ਕੁਛ ਨਹੀਂ ਦਿਸਣਾ ਚਾਹੀਦਾ। ਕੰਨ ਇਸ ਲਈ ਲਾਇਆ ਸੀ ਕਿ ਤੂੰ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਵਡਿਆਈ ਸੁਣਨੀ। ਰਸਨਾ ਇਸ ਲਈ ਲਾਈ ਸੀ ਕਿ ਤੂੰ ਨਿੰਦਿਆ ਚੁਗਲੀ ਨਹੀਂ ਕਰਨੀ, ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਇਹ ਲਾਏ। ਹੱਥ ਇਸ ਲਈ ਲਾਏ ਨੇ ਕਿ ਤੂੰ ਇਹਨਾਂ ਹੱਥਾਂ ਨਾਲ ਸ਼ੁਭ ਕਰਮ ਕਰਨੇ ਆ, ਸੇਵਾ ਕਰਨੀ। ਪੈਰ ਇਸ ਲਈ ਲਾਏ ਨੇ ਕਿ ਤੂੰ ਚੱਲ ਕੇ ਸਤ ਸੰਗਤ ਜਾਣਾ, ਠੇਕੇ ਨਹੀਂ ਜਾਣਾ, ਨਾ ਪੈਰ ਨਾ ਚੱਲ। ਇਹਨਾਂ ਡਿਊਟੀਆਂ ਨੇ ਆਪਣੀ ਆਪਣੀ। ਅਤੇ ਜਦੋਂ ਕੋਈ ਆਪਣੀ ਡਿਊਟੀ ਠੀਕ ਨਾ ਦੇਵੇ, ਉਦੋਂ ਫਿਰ ਮੁਸੀਬਤ ਖੜੀ ਹੁੰਦੀ ਹੀ ਹੁੰਦੀ ਹੈ। ਇਸ ਲਈ ਹੁਣ ਅੱਖਾਂ ਨੂੰ ਤਾਂ ਕਹਿ ਤੂੰ ਸਾਰੇ ਜੇ ਰੱਬ ਵੇਖ, ਅਤੇ ਅੱਖਾਂ ਵੇਖਦੇ ਪਰਾਈ ਵੇਲ, ਫਿਰ ਗੜਬੜ ਹੋ ਰਹੀ ਨੇ। ਸਮਝਾਇਆ ਕਿ ਹੇ ਸਰੀਰ, ਤੂੰ ਜਿਹੜਾ ਸ਼ੁਭ ਕਰਮ ਕਰ, ਮਾੜੇ ਕੰਮ ਛੱਡ ਦੇ, ਨਾਮ ਜਪ, ਇੱਥੇ ਸਦਾ ਨਹੀਂ ਰਹਿਣਾ, ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਜਾਣਾ ਹੈ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।